ਤਰ੍ਹਾਂ ਜੁੜਨਾ ਹੈ। ਅਸਲ ਵਿੱਚ ਯੋਗ ਸਾਧਨਾ ਕਿਵੇਂ ਹੁੰਦੀ ਹੈ? ਤੁਸੀਂ ਤਨ ਦੇ ਜੋਗੀ ਹੋ ਤੇ ਤਨ ਦਾ ਜੋਗੀ ਬਣ ਕੇ ਕਾਮਯਾਬੀ ਸਫਲਤਾ ਨਹੀਂ ਮਿਲਦੀ। ਜੇ ਤੁਸੀਂ ਯੋਗ ਸਾਧਨਾ ਵਿੱਚ ਸਫਲ ਹੋਣਾ ਚਾਹੁੰਦੇ ਹੋ ਤਾਂ ਮਨ ਦੇ ਜੋਗੀ ਬਣੋ। ਜੋ ਤੁਸੀਂ ਤਨ ਉੱਤੇ ਧਾਰਨ ਕੀਤਾ ਹੈ ਉਹ ਸਭ ਕੁਝ ਮਨ ਦੇ ਉੱਤੇ ਧਾਰਨ ਕਰੋ। ਜਿਸ ਤਰ੍ਹਾਂ ਦਾ ਭੋਜਨ ਤੁਸੀਂ ਛਕਣਾ ਹੈ ਉਹ ਮਨ ਦੇ ਰਾਹੀਂ ਛਕੋ। ਜੋ ਤੁਸੀਂ ਵੱਖ-ਵੱਖ ਧੜੇ ਫਿਰ ਕੇ ਆਪਣੇ ਬਣਾਏ ਨੇ, ਇਹਨਾਂ ਸਾਰਿਆਂ ਨੂੰ ਇੱਕ ਕਰਦਿਆਂ ਇੱਕ ਨਿਰੰਕਾਰ ਵਾਹਿਗੁਰੂ ਜੀ ਨਾਲ ਜੁੜੋ। ਸਤਿਗੁਰੂ ਮਹਾਰਾਜ ਜੀ ਨੇ ਹਰ ਤਰੀਕੇ ਦੇ ਨਾਲ ਇਹਨਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਇੱਥੋਂ ਦੀ ਚਾਲੇ ਪਾਏ। ਅੱਗੇ ਫਿਰ ਕੁਝ ਵਿਹੰਗਮ ਸਾਧੂ ਬੈਠੇ ਹਨ, ਜਿਨ੍ਹਾਂ ਦੇ ਵਿੱਚੋਂ ਦੀ ਕਾਕ ਪਸੰਦ ਨਾਮ ਦਾ ਸਾਧੂ, ਜਿਹੜਾ ਇਹਨਾਂ ਸਾਰੇ ਸਾਧੂਆਂ ਦਾ ਮੁਖੀ ਹੈ। ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪਹੁੰਚੇ ਨੇ, ਇੱਕ ਥਾਂ ਤੇ ਬੈਠੇ ਹਨ ਕਿ ਆਪਣੀ ਭਗਤੀ ਦੇ ਵਿੱਚ ਲੀਨ। ਇੱਧਰੋਂ ਭਾਈ ਮਰਦਾਨਾ ਜੀ ਨੇ ਸ਼ਬਦ ਗਾਇਨ ਕੀਤਾ। ਉਹ ਸ਼ਬਦ ਦਾ ਰਸ ਜਦੋਂ ਇਹਨਾਂ ਦੇ ਕੰਨਾਂ ਤੱਕ ਪਹੁੰਚਿਆ ਤੇ ਫਿਰ ਭਾਈ ਮਰਦਾਨਾ ਜੀ ਨੂੰ ਪੁੱਛਦੇ ਨੇ ਕਿ ਇਹ ਜਿਹੜੇ ਬੋਲ ਤੂੰ ਬੋਲੇ ਨੇ, ਇਹ ਬੋਲ ਕਿਹਦੇ ਹਨ? ਜਿਹਨੂੰ ਸੁਣਦਿਆਂ ਹੀ ਮਨ ਦੇ ਵਿੱਚ ਸ਼ੀਤਲਤਾ ਬਣਦੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਪਰਮ ਗਤ ਮੇਰੀ ਜਲਨ ਬੁਝੀ, ਸ਼ੀਤਲ ਹੋਏ ਮਨੁਆ ਸਤਿਗੁਰੂ ਕਾ ਦਰਸ਼ਨ ਪਾਈ ਜਿਓ। ਮਨ ਨੂੰ ਬੜਾ ਸਕੂਨ ਮਿਲਿਆ ਔਰ ਇਸ ਤਰ੍ਹਾਂ ਲੱਗਦਾ ਵੀ ਜਿਹਦਾ ਇਹ ਬੋਲ ਹੈ, ਜਿਹਦਾ ਇਹ ਸ਼ਬਦ ਹੈ, ਉਹ ਭਗਤੀ ਦੀ ਮੂਰਤ ਹੈ। ਭਗਤੀ ਦੀ ਮੂਰਤ ਵੱਲੋਂ ਇਹ ਉਚਾਰਨ ਕੀਤਾ ਹੋਇਆ ਇਹ ਬੋਲ, ਜਿਹੜਾ ਸਾਡੇ ਅੰਦਰ ਵੀ ਇੱਕ ਇੱਕ ਬੋਲ ਭਗਤੀ ਦਾ ਰੰਗ ਲਾਉਂਦਾ ਹੈ। ਉਦੋਂ ਫਿਰ ਭਾਈ ਮਰਦਾਨਾ ਜੀ ਨੇ ਕਾਕ ਪਸੰਦ ਔਰ ਜਿੰਨੇ ਵੀ ਇਹ ਸਾਧੂ ਬੈਠੇ ਨੇ ਉਹਨਾਂ ਸਾਰਿਆਂ ਨੂੰ ਆਖਿਆ ਵੀ ਇਹ ਬੋਲ ਧੰਨ ਗੁਰੂ ਨਾਨਕ ਸਾਹਿਬ ਦੇ ਨੇ, ਇਹ ਸ਼ਬਦ ਗੁਰੂ ਨਾਨਕ ਸਾਹਿਬ ਦਾ ਹੈ। ਔਰ ਗੁਰੂ ਨਾਨਕ ਸਾਹਿਬ ਜੀ ਕੌਣ ਨੇ? ਨਿਰੰਕਾਰ ਦਾ ਰੂਪ, ਆਪ ਪਰਮੇਸ਼ਵਰ ਦਾ ਰੂਪ ਹੈ। ਭਾਈ ਮਰਦਾਨਾ ਜੀ ਪਾਸੋਂ ਗੁਰੂ ਨਾਨਕ ਜੀ ਬਾਰੇ ਸੁਣਿਆ, ਸੁਣ ਕੇ ਕੈਸੀ ਭਾਵਨਾ ਇਹਦੇ ਅੰਦਰ ਬਣਦੀ ਹੈ। ਅਗਲੇਰੇ ਪ੍ਰਸੰਗ ਦਾ ਜ਼ਿਕਰ ਕਵੀ ਸੰਤੋਖ ਸਿੰਘ ਜੀ ਕਰਦੇ ਨੇ। ਬੜੇ ਪਿਆਰ ਸਤਿਕਾਰ ਦੇ ਨਾਲ ਇਤਿਹਾਸ ਸਰਵਣ ਕਰੀਏ ਜੀ। ਤਹਿ ਕੋ ਨਾਮ ਬਤਾਵੋ ਮੋਹੀ। ਇਹਨੇ ਜਦੋਂ ਆਖਿਆ ਕਿ ਜਿਹੜਾ ਤੂੰ ਸ਼ਬਦ ਪੜਿਆ ਉਹਨੇ ਮੇਰੇ ਮਨ ਨੂੰ ਬੜਾ ਸਕੂਨ ਦਿੱਤਾ, ਮਨ ਨੂੰ ਠੰਡਕ ਦਿੱਤੀ, ਇਸ ਲਈ ਉਹਦਾ ਨਾਮ ਜਿਹੜਾ ਮੈਨੂੰ ਦੱਸਣਾ ਕਰੋ ਜੀ। ਭਗਤ ਰੰਗ ਮੇ ਰੰਗਿਓ ਹੋਈ। ਇਹ ਸ਼ਬਦ ਸੁਣ ਕੇ ਅੰਦਰ ਭਗਤੀ ਦਾ ਰੰਗ ਜਿਹੜਾ ਉਹ ਲੱਗ ਗਿਆ। ਵੀ ਇਸ ਤਰ੍ਹਾਂ ਲੱਗਦਾ ਜਿਵੇਂ ਸ਼ਬਦ ਨੇ ਅੰਦਰ ਨੂੰ ਰੰਗ ਕੇ ਰੱਖ ਦਿੱਤਾ ਹੋਵੇ। ਇਸ ਤਰ੍ਹਾਂ ਲੱਗਦਾ ਵੀ ਜਿਵੇਂ ਇਹ ਸ਼ਬਦ ਜਿਹੜਾ ਤੁਸੀਂ ਪੜਿਆ ਹੈ ਇਹਨੇ ਨਿਰੰਕਾਰ ਦੇ ਪ੍ਰਤੀ ਪ੍ਰੀਤ ਪੈਦਾ ਕਰਤੀ ਹੋਵੇ। ਐਸਾ ਜਿਹੜਾ ਸ਼ਬਦ ਤੁਸੀਂ ਪੜਿਆ ਹੈ ਕਿ ਜਿਹਦਾ ਹੈ ਉਹਦਾ ਨਾਮ ਦੱਸਣਾ ਕਰੋ। ਸੁਨ ਮਰਦਾਨੇ ਬਚਨ ਬਖਾਨਾ। ਭਾਈ ਮਰਦਾਨਾ ਜੀ ਨੇ ਕਾਕ ਪਸੰਦ ਕੋਲੋਂ ਇਹ ਬੋਲ ਸੁਣ ਕੇ ਅੱਗੋਂ ਆਖਣਾ ਕੀਤਾ, ਸ਼੍ਰੀ ਨਾਨਕ ਪ੍ਰਭ ਸਭ ਗੁਣ ਖਾਨਾ। ਇਹਦੇ ਨਾਨਕ ਜੀ ਨਾਮ ਹੈ, ਪਰਮੇਸ਼ਵਰ ਦਾ ਰੂਪ ਔਰ ਸ਼ੁਭ ਜਿਹੜੇ ਗੁਣ ਨੇ ਉਹਨਾਂ ਦੀ ਖਾਣ, ਉਹ ਸ਼ੁਭ ਗੁਣਾਂ ਦੇ ਖਜ਼ਾਨੇ ਹਨ। ਇਨਕੋ ਸ਼ਬਦ ਹੈ ਜੋ ਗਵਾ। ਜਿਹੜਾ ਸ਼ਬਦ ਮੈਂ ਗਾਇਆ ਹੈ ਉਹ ਇਨਕੋ ਭਾਵ ਗੁਰੂ ਨਾਨਕ ਸਾਹਿਬ ਜੀ ਦਾ ਹੈ। ਉਹਨਾਂ ਵੱਲੋਂ ਇਹ ਉਚਾਰਨ ਕੀਤਾ ਸ਼ਬਦ ਹੈ ਜਿਹੜਾ ਮੈਂ ਗਾਇਆ ਹੈ। ਨਿਰੰਕਾਰ ਅਵਤਾਰ ਸੁਭਾਵਾ। ਉਹ ਨਿਰੰਕਾਰ ਦਾ ਰੂਪ ਨੇ, ਨਿਰੰਕਾਰ ਨੇ ਹੀ ਇਸ ਧਰਤੀ ਦੇ ਉੱਤੇ ਪ੍ਰਗਟ ਹੋਇਆ ਹੋਣਾ ਕੀਤਾ, ਜਿਹਦਾ ਨਾਮ ਗੁਰੂ ਨਾਨਕ ਸਾਹਿਬ ਹੈ। ਕਾਕ ਪਸੰਦ ਸੁਣਿਓ ਇਹ ਬਖਾਨਾ। ਜਦੋਂ ਇਹਨੇ ਕੰਨਾਂ ਦੇ ਰਾਹੀਂ ਭਾਈ ਮਰਦਾਨਾ ਜੀ ਦੀ ਰਸਨਾ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਸੁਣਿਆ ਹੈ, ਤੂਰਨ ਆਏ ਚਰਨ ਲਪਟਾਨਾ। ਉਸੇ ਵੇਲੇ ਸੁਣਦਿਆਂ ਸਾਰੀ ਉੱਠ ਪਿਆ ਔਰ ਆਖਿਆ ਵੀ ਗੁਰੂ ਨਾਨਕ ਸਾਹਿਬ ਜੀ ਕਿੱਥੇ ਨੇ? ਕਿਤੇ ਉਸੇ ਵੇਲੇ ਭਾਈ ਮਰਦਾਨਾ ਜੀ ਨੇ ਦੱਸਿਆ ਵੀ ਉਹ ਬੈਠੇ ਨੇ ਗੁਰੂ ਨਾਨਕ ਸਾਹਿਬ। ਸੁਣਦਿਆਂ ਸਾਰ ਹੀ ਚਰਨ ਲਪਟਾਨਾ, ਉੱਠਿਆ, ਉੱਠ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਲਿਪਟ ਗਿਆ। ਭਾਵ ਬੜੇ ਪਿਆਰ ਭਾਵਨਾ ਵਿੱਚ ਭਿੱਜਾ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ ਹੈ। ਤਹਿ ਕੋ ਪਿਖ ਪੰਥੀ ਸਭ ਆਏ। ਇਹਦੇ ਜਿਹੜੇ ਪੰਥੀ, ਇਹਦੇ ਜਿਹੜੇ ਸਾਥੀ ਸੀ ਸਾਰੇ ਜਿੰਨੇ ਸਾਧੂ, ਇਹਨੂੰ ਦੇਖ ਕੇ, ਕਾਕ ਪਸੰਦ ਨੂੰ ਦੇਖ ਕੇ ਸਾਰੇ ਕਹਿੰਦੇ ਆਪਣੇ ਆਪਣੇ ਆਸਨ ਤੋਂ ਉੱਠ ਕੇ ਇਸ ਥਾਂ ਤੇ ਆਏ ਜਿੱਥੇ ਗੁਰੂ ਨਾਨਕ ਸਾਹਿਬ ਜੀ ਬਿਰਾਜਮਾਨ ਹਨ। ਬੰਦੇ ਚਰਨ ਕਮਲ ਸੁਖ ਪਾਏ। ਜਦੋਂ ਇਹਨਾਂ ਦਾ ਜਿਹੜਾ ਸਰਮੌਰ ਸਾਧੂ ਸੀ ਉਹਨੇ ਗੁਰੂ ਸਾਹਿਬ ਅੱਗੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਜਿੰਨੇ ਵੀ ਇਹ ਮੰਡਲੀ ਬੈਠੀ ਸੀ ਸਾਧੂਆਂ ਦੀ ਦੇਖ ਕੇ ਸਾਰਿਆਂ ਨੇ ਵਾਰੀ-ਵਾਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ। ਕਾਕ ਪਸੰਦ ਜੋਰ ਜੁਗਾਤਾ। ਕਾਕ ਪਸੰਦ ਦੋਵੇਂ ਹੱਥ ਜਿਹੜੇ ਨੇ ਇਹਨੇ ਜੋੜੇ ਨੇ ਗੁਰੂ ਨਾਨਕ ਸਾਹਿਬ ਜੀ ਅੱਗੇ, ਦੋਵੇਂ ਹੱਥ ਬੜੇ ਪਿਆਰ ਭਾਵਨਾ ਨਾਲ ਜੋੜੇ ਹਨ। ਬੋਲਿਓ ਬਚਨ ਪ੍ਰਭੂ ਕੇ ਸਾਥਾ। ਔਰ ਆਪਣੇ ਮੁਖ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਹੋ ਕੇ ਇਸ ਤਰ੍ਹਾਂ ਦੇ ਬੋਲਦਾ ਹੈ। ਇਹ ਸੁਧ ਮੁਕੋ ਹੁਤੀ ਅਗਰੀ। ਇਹ ਲੱਗਾ ਵੀ ਮੈਨੂੰ ਇਹ ਸੁਧ ਭਾਵ ਖਬਰ, ਅਗਾਰੀ ਦਾ ਅਰਥ ਪਹਿਲਾਂ ਹੀ ਹੈ, ਭਾਵ ਤੁਹਾਡਾ ਨਾਮ ਮੈਂ ਪਹਿਲਾਂ ਸੁਣਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ, ਨਾਨਕ ਜੀ ਨਾਮ ਜਿਹੜਾ ਨਾਨਕ ਤਪਾ ਜੀ ਨਾਮ, ਇਹ ਪਹਿਲਾਂ ਸੁਣਿਆ ਹੋਇਆ ਹੈ। ਪ੍ਰਗਟੇ ਘਰ ਕਲ ਕਲਮ ਜਾਰੀ। ਔਰ ਇਹ ਸੁਣਿਆ ਹੋਇਆ ਹੈ ਕਿ ਕੱਲ ਦਾ ਅਰਥ ਹੈ ਕਲਯੁਗ, ਕਿ ਕਲਯੁਗ ਦੇ ਇਸ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਜਿਹੜੇ ਆ ਉਹ ਪ੍ਰਗਟ ਹੋਏ ਨੇ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਇਹ ਮੈਂ ਪਹਿਲਾਂ ਸੁਣਿਆ ਹੈ ਕਿ ਪ੍ਰਗਟੇ ਕਲਯੁਗ ਦੇ ਵਿੱਚ, ਕਲ ਤਾਰਨ ਗੁਰ ਨਾਨਕ ਆਇਆ, ਕਲਯੁਗ ਦੇ ਵਿੱਚ ਨਿਰੰਕਾਰ ਨੇ ਨਾਨਕ ਜੀ ਦੇ ਰੂਪ ਵਿੱਚ ਪ੍ਰਗਟ ਹੋਣਾ ਕੀਤਾ ਹੈ। ਜਾਹੋ ਵੀ ਲੋਕਾਂ ਨੇ ਰੂਪ ਕੇ ਪਾਲਾ। ਕਹਿੰਦੇ ਨੇ ਜਿਨ੍ਹਾਂ ਨੇ ਦੀਦਾਰ ਕੀਤੇ ਨੇ ਉਹਨਾਂ ਨੂੰ ਤੇ ਆਪ ਜੀ ਦੇ ਦਰਸ਼ਨ ਹੋਏ, ਪਰ ਮੈਂ ਸੁਣਿਆ ਹੋਇਆ ਸੀ ਤੇ ਮਨ ਵਿੱਚ ਇੱਛਾ ਵੀ ਸੀ ਕਿ ਜਾਉਂ ਦਾ ਅਰਥ ਵੀ ਜਾ ਕੇ ਆਪ ਜੀ ਜੋ ਕਿਰਪਾ ਦੇ ਮਾਲਕ ਹੋ, ਕਿਰਪਾ ਦੇ ਸਾਗਰ ਹੋ, ਮੈਂ ਆਪ ਜੀ ਵਿਲੋਕਨ ਦਾ ਅਰਥ ਦੇਖਣਾ। ਤੇ ਮੇਰੇ ਮਨ ਵਿੱਚ ਬੜੀ ਚਾਹਤ ਸੀ ਕਿ ਮੈਂ ਜਾ ਕੇ ਆਪ ਜੀ ਦੇ ਦਰਸ਼ਨ ਕਰਾਂ। ਯਹੀ ਚਾਤੀ ਹਿਰਦੇ ਵਿਸਾਲਾ। ਬਸ ਇੱਕੋ ਹੀ ਚਾਹਤ ਸੀ ਮੇਰੇ ਅੰਦਰ ਕਿ ਆਪ ਜੀ ਦੇ ਇੱਕ ਵਾਰ ਦਰਸ਼ਨ ਜਿਹੜੇ ਨੇ ਉਹ ਕਰਨੇ ਹਨ। ਦੇਵ ਯੋਗ ਤੇ ਆਏ ਸਮੀਪਾ। ਦੈਵ ਯੋਗ ਦਾ ਅਰਥ ਹੁੰਦਾ ਹੈ ਸਬਬੀ। ਆਪਾਂ ਕਈ ਵਾਰੀ ਕਹਿੰਦੇ ਆ ਵੀ ਇਹ ਤੇ ਰੱਬੀ ਸਬਬੀ ਵੀ ਮੇਲੇ ਹੋਏ ਨੇ, ਵੀ ਅੱਜ ਸਬਬ ਬਣ ਗਿਆ। ਦੇਖੋ ਮੇਰੇ ਅੰਦਰ ਇੰਨੇ ਚਿਰਾਂ ਦੀ ਚਾਹਤ ਸੀ ਵੀ ਜਿਨ੍ਹਾਂ ਦਾ ਮੈਂ ਨਾਮ ਇੰਨਾ ਸੁਣ ਰਿਹਾ, ਜਿਹੜੇ ਕਲਯੁਗ ਵਿੱਚ ਪ੍ਰਗਟ ਹੋਏ ਆ, ਇੱਕ ਵਾਰ ਮੈਂ ਚੱਲ ਕੇ ਉਹਨਾਂ ਦੇ ਦਰਸ਼ਨ ਤੇ ਕਰਾਂ। ਮੇਰੇ ਅੰਦਰ ਚਾਹਤ ਬਹੁਤ ਸੀ, ਮੇਰਾ ਮਨ ਲੋਚਿਆ ਗੁਰ ਦਰਸ਼ਨ ਤਾਈ, ਮੇਰਾ ਮਨ ਅੰਦਰ ਲੋਚਦਾ ਸੀ ਤੁਹਾਡੇ ਦਰਸ਼ਨਾਂ ਨੂੰ। ਪਰ ਅੱਜ ਦੇਖੋ ਕੈਸੀ ਖੇਡ ਬਣ ਗਈ ਕਿ ਰੱਬੀ ਸਬਬੀ ਆਪ ਜੀ ਦੇ ਮੇਲ ਹੋਏ ਹਨ। ਦੀਨਾ ਦਰਸ਼ ਬੇਦੀ ਕੁਲਦੀਪਾ। ਇਹ ਕੁਲਦੀਪਕ ਧੰਨ ਗੁਰੂ ਨਾਨਕ ਸਾਹਿਬ ਜੀ, ਤੁਸੀਂ ਇੰਨੀ ਵੱਡੀ ਕਿਰਪਾ ਮੈਂ ਰਹਿਮਤ ਕੀਤੀ
ਕਿ ਚੱਲ ਕੇ ਆ ਕੇ ਆਪ ਜਿਹੜੇ ਨੇ ਦਰਸ਼ਨ ਬਖਸ਼ੇ ਹਨ। ਕੀ ਨਾ ਮਨੋਰਥ ਪੂਰਨ ਮੇਰਾ ਮੇਰੇ ਮਨ ਦਾ ਅੱਜ ਮਨੋਰਥ ਪੂਰਾ ਹੋ ਗਿਆ। ਦੇਖੋ ਜੇ ਆਪਾਂ ਮਨ ਵਿੱਚ ਇੱਛਾ ਰੱਖਾਂਗੇ ਤੇ ਇੱਕ ਦਿਨ ਮਾਲਕ ਨੇ ਉਹਨੂੰ ਫਲ ਤੇ ਲਾਉਣਾ ਹੀ ਲਾਉਣਾ ਹੈ। ਹੁਣ ਇਹ ਦੇਖਣਾ ਵੀ ਅਸੀਂ ਇੱਛਾ ਚੰਗੀ ਰੱਖੀ ਹੈ ਕਿ ਮਾੜੀ ਰੱਖੀ ਹੈ, ਕਿਉਂਕਿ ਜਿੱਦਾਂ ਦੀ ਇੱਛਾ ਮਨ ਵਿੱਚ ਰੱਖਾਂਗੇ ਫਲ ਉਦਾਂ ਦਾ ਹੀ ਲੱਗਣਾ ਹੈ। ਚੰਗੀ ਸੋਚ ਅੰਦਰ ਰੱਖਾਂਗੇ ਚੰਗਾ ਫਲ, ਮਾੜੀ ਸੋਚ ਰੱਖਾਂਗੇ ਮਾੜਾ ਫਲ। ਹੁਣ ਇਹਨੇ ਦਰਸ਼ਨਾਂ ਦੀ ਇੱਛਾ ਰੱਖੀ ਸੀ, ਇਹਦੀ ਇੱਛਾ ਦੀ ਪੂਰਤੀ ਹੋ ਗਈ ਕਿ ਗੁਰੂ ਸਾਹਿਬ ਤੁਸੀਂ ਕਿੰਨੀ ਕਿਰਪਾ ਕੀਤੀ। ਕੀਨ ਮਨੋਰਥ ਪੂਰਨ ਮੇਰਾ ਅੱਜ ਮਨੋਰਥ ਜਿਹੜਾ ਉਹ ਪੂਰਾ ਹੋ ਗਿਆ। ਲੋਚਨ ਸੰਗ ਰੂਪ ਤਬ ਘੇਰਾ ਅੱਜ ਪ੍ਰਤੱਖ ਇਹਨਾਂ ਨੇਤਰਾਂ ਦੇ ਰਾਹੀਂ ਤੁਹਾਡੇ ਦਰਸ਼ਨ ਕਰ ਲਏ। ਯਕੀਨ ਨਹੀਂ ਹੁੰਦਾ। ਆਮ ਆਪਾਂ ਸੁਭਾਵਿਕ ਗੱਲਾਂ ਕਰਦੇ ਹਾਂ ਕਿ ਆਹ ਗੱਲ ਦਾ ਮੈਨੂੰ ਯਕੀਨ ਹੀ ਨਹੀਂ ਹੁੰਦਾ ਵੀ ਇੱਕ ਇਸ ਤਰ੍ਹਾਂ ਦਾ ਮੇਲ, ਇਸ ਤਰ੍ਹਾਂ ਦਾ ਦਰਸ਼ਨ ਜਿਹੜਾ ਉਹ ਹੋ ਜਾਏਗਾ। ਇੱਥੇ ਕਾਕ ਪਸੰਦ ਕਹਿੰਦਾ ਵੀ ਮੈਨੂੰ ਯਕੀਨ ਨਹੀਂ ਹੁੰਦਾ ਵੀ ਮੈਂ ਪ੍ਰਤੱਖ ਆਪਣੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਦਰਸ਼ਨ ਕਰ ਰਿਹਾ ਹਾਂ। ਮੇਰੇ ਮਨ ਦਾ ਵੀ ਮਨੋਰਥ ਪੂਰਾ ਹੋਇਆ ਹੈ। ਕਲੀ ਕਾਲ ਮਤ ਮੰਦ ਬਮੂੜਾ ਇਹ ਕਲਯੁਗ ਦੇ ਵਿੱਚ ਮਹਾਰਾਜ ਜੀ ਉਹ ਬੜੀ ਕਲਯੁਗ ਦੀ ਕਲਾ ਵਰਤ ਰਹੀ ਹੈ। ਮਤ ਮੰਦ ਇਹ ਲੋਕ ਜਿਹੜੇ ਕਲਯੁਗ ਦੇ ਨੇ ਇਹਨਾਂ ਦੀ ਮਤ ਮੰਦੀ ਹੋ ਚੁੱਕੀ ਹੈ। ਇਹ ਜਿਹੜੇ ਕਲਯੁਗ ਦੇ ਲੋਕ ਨੇ ਇਹ ਮੂਰਖ ਨੇ। ਕਲਯੁਗ ਦਾ ਪ੍ਰਭਾਵ ਕਿਵੇਂ ਨਜ਼ਰ ਆਉਂਦਾ ਹੈ? ਇਹ ਮੂਰਖ ਜਿਹੜਾ ਇਨਸਾਨ ਸਿਆਣਾ ਹੁੰਦਾ ਵੀ ਮੂਰਖ ਬਣ ਜਾਂਦਾ ਹੈ। ਇਨਸਾਨ ਜਿਹੜਾ ਹੈ ਇਹਦੀ ਮਤ ਜਿਹੜੀਆਂ ਮੰਦੀ ਹੋ ਜਾਂਦੀ ਹੈ, ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਇਹਦੇ ਜੀਵਨ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਝੂਠ, ਨਿੰਦਾ, ਬੁਰਾਈਆਂ ਦਾ ਅਸਰ ਇਹਦੇ ਮਨ ਤੇ ਹੋ ਜਾਂਦਾ ਹੈ। ਇਹੀ ਕਲਯੁਗ ਦਾ ਪ੍ਰਭਾਵ ਹੈ। ਜਿਹਦੇ ਉੱਤੇ ਕਲਯੁਗ ਦਾ ਪ੍ਰਭਾਵ ਨਹੀਂ ਪੈਂਦਾ ਉਹਦੇ ਮਨ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਨਿੰਦਾ, ਬੁਰਾਈ ਕੁਝ ਵੀ ਨਹੀਂ ਹੁੰਦੀ। ਜਿਵੇਂ ਆਪਾਂ ਜਪਜੀ ਸਾਹਿਬ ਜੀ ਦੀਆਂ ਪਾਵਨ ਪੌੜੀਆਂ ਦਾ ਪਾਠ ਵਿਚਾਰਿਆ ਸੀ, ਜਿਹਦੇ ਵਿੱਚ ਮਹਾਰਾਜ ਨੇ ਆਖਿਆ ਸੀ ਕਿ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਵੀ ਕਾਇਆ ਨੂੰ ਕੁਵਾਰਾ ਰੱਖਣਾ। ਉਹ ਕਿਹਦਾ ਹੈ? ਉਹ ਕਾਇਆ ਕਿਹਦੀ ਕੁਵਾਰੀ ਹੈ? ਜਿਹਦੇ ਉੱਤੇ ਕਲਯੁਗ ਦਾ ਅਸਰ ਨਹੀਂ। ਜਿਹਦੇ ਉੱਤੇ ਕਲਯੁਗ ਦਾ ਅਸਰ ਹੈ ਉਹਦੀ ਕਾਇਆ ਕੁਵਾਰੀ ਹੈ ਹੀ ਨਹੀਂ। ਉਹ ਤਾਂ ਅਤ ਮਲੀਨ ਹੋ ਗਿਆ। ਉਹਦੇ ਤਾਂ ਗਿਆਨ ਇੰਦਰੀ, ਕਰਮ ਇੰਦਰੀ ਮਲੀਨਤਾ ਦੇ ਨਾਲ ਭਰ ਗਏ ਨੇ। ਅਸੀਂ ਗੁਰੂ ਸਾਹਿਬ, ਕਿਉਂਕਿ ਜੇ ਕਲਯੁਗ ਦੇ ਪ੍ਰਭਾਵ ਤੋਂ ਕੋਈ ਸਾਨੂੰ ਬਚਾ ਸਕਦਾ ਹੈ ਤੇ ਉਹ ਇੱਕੋ ਹੀ ਹੈ, ਉਹ ਹੈ ਮੇਰਾ ਸਤਿਗੁਰੂ। ਪੂਰਾ ਸਤਿਗੁਰੂ ਹੀ ਜਿਹਦੇ ਅੱਗੇ ਅਸੀਂ ਹੱਥ ਜੋੜ ਕੇ ਆਖਣਾ ਹੈ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਹਨਾਂ ਤੇ ਆਪ ਛਡਾਵੋ। ਮਹਾਰਾਜ ਜੀ ਨੇ ਕਲਯੁਗ ਨੇ ਪਕੜ ਲਿਆ ਸਾਨੂੰ ਕਾਮ ਦੇ ਰੂਪ ਵਿੱਚ, ਕ੍ਰੋਧ ਦੇ ਰੂਪ ਵਿੱਚ, ਲੋਭ ਦੇ, ਮੋਹ ਦੇ, ਝੂਠ ਦੇ, ਬੁਰਾਈਆਂ ਦੇ ਰੂਪ ਵਿੱਚ। ਜੇ ਹੁਣ ਕੋਈ ਛੁਡਾ ਸਕਦਾ ਤੇ ਉਹ ਤੁਸੀਂ ਹੋ। ਦੁਨੀਆ 'ਚ ਕੋਈ ਐਸੀ ਤਾਕਤ ਨਹੀਂ ਜਿਹੜੀ ਇਹਨਾਂ ਤੋਂ ਸਾਨੂੰ ਛੁਡਵਾ ਸਕੇ। ਇੱਕ ਤੁਸੀਂ ਹੋ। ਕਿਰਪਾ ਕਰੋ ਤਾਂ ਕਿ ਇਹਦਾ ਛੁਟਕਾਰਾ ਸਾਡੇ ਜੀਵਨ ਵਿੱਚ ਹੋ ਸਕੇ। ਹੁਣ ਇਹ ਕਾਕ ਪਸੰਦ ਕਹਿੰਦਾ ਮਹਾਰਾਜ ਜੀ ਇਹ ਕਲਯੁਗ ਹੈ। ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਮਤ ਮੰਦੀ ਹੈ, ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ ਔਰ ਲੋਕ ਜਿਹੜੇ ਨੇ ਮੂਰਖ ਬਣ ਚੁੱਕੇ ਹਨ। ਧਰਮ ਭ੍ਰਿਸ਼ਟ ਤੇ ਮੋਹ ਅਰੂੜਾ ਮੋਹ ਜਾਲ ਵਿੱਚ ਇੰਨਾ ਫਸ ਚੁੱਕੇ ਨੇ ਕਿ ਧਰਮ ਦੀ ਦੁਨੀਆ ਵਿੱਚ ਇਹ ਦੇਖਾਂਗੇ ਤੇ ਭ੍ਰਿਸ਼ਟ ਦੇਖਣ ਨੂੰ ਧਰਮੀ ਲੱਗਦੇ ਆ, ਪਰ ਅੰਦਰੋਂ ਭ੍ਰਿਸ਼ਟ ਹੋ ਚੁੱਕੇ ਹਨ। ਤਿੰਨ ਕੋ ਦੇਨੇ ਕੇ ਤਸੋ ਪੰਥਾ ਪਰ ਮੈਨੂੰ ਇਹ ਪਤਾ ਵੀ ਤੁਸੀਂ ਪ੍ਰਗਟ ਕਿਉਂ ਹੋਏ ਹੋ। ਜਿੱਥੋਂ ਤੱਕ ਮੈਂ ਸੁਣਿਆ ਹੈ, ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਤੁਸੀਂ ਪ੍ਰਗਟ ਕਿਉਂ ਹੋਏ ਹੋ। ਕਹਿੰਦੇ ਤਿੰਨ ਕੋ ਦੇਨੇ ਹੇਤ ਸਮਤਾ, ਜਿਨ੍ਹਾਂ ਦੀ ਮਤ ਕੁਮਤ ਹੋ ਗਈ ਹੈ ਨਾ, ਇਹਨਾਂ ਨੂੰ ਸਮਤ ਚੰਗੀ ਮਤ ਦੇਣ ਵਾਸਤੇ। ਜਿਹੜੇ ਮੂਰਖ ਨੇ ਇਹਨਾਂ ਨੂੰ ਸਿਆਣਾ ਬਣਾਉਣ ਵਾਸਤੇ। ਜਿਨ੍ਹਾਂ ਦੀ ਮਤ ਜਿਹੜੀ ਹੈ ਮੰਦੀ ਹੋ ਚੁੱਕੀ ਹੈ, ਇਹਨਾਂ ਦੀ ਮਤ ਵਿੱਚੋਂ ਗੰਦਗੀ ਕੱਢਣ ਵਾਸਤੇ। ਭਰੀਆਂ ਮਤ ਪਾਪਾਂ ਗਿਆ ਸੰਗ ਉਹ ਧੋਪੈ ਨਾਵੇਂ ਕਾ ਰੰਗ, ਇਹਨਾਂ ਦੇ ਅੰਦਰ ਨਾਮ ਦਾ ਰੰਗ ਚੜਨ ਵਾਸਤੇ ਤੁਸੀਂ ਇਸ ਸੰਸਾਰ ਵਿੱਚ ਆਏ ਹੋ। ਖੋਬਨ ਹਿਰਦੇ ਕੁਮਤ ਕੀ ਗ੍ਰੰਥਾ ਮਹਾਰਾਜ ਜੀ ਆਹ ਜਿਹੜੀ ਇਹਨਾਂ ਦੇ ਕੁਮਤ ਦੀਆਂ ਗੰਢਾਂ ਵੱਜੀਆਂ ਹੋਈਆਂ ਨੇ ਨਾ, ਗ੍ਰੰਥਾਂ ਦਾ ਇੱਥੇ ਅਰਥ ਹੈ ਗੰਢਾਂ। ਜਿਹੜੀਆਂ ਭੈੜੀ ਮਤ ਦੀਆਂ ਗੰਢਾਂ ਇਹਨਾਂ ਦੇ ਅੰਦਰ ਬੜੀਆਂ ਨੇ, ਉਹ ਤੁਸੀਂ ਗੰਢਾਂ ਖੋਲਣ ਵਾਸਤੇ ਆਏ ਹੋ। ਕਿਉਂਕਿ ਇਹ ਭੈੜੀ ਮਤ ਦੀਆਂ ਗੰਢਾਂ ਸਾਡੇ ਤੋਂ ਖੁੱਲਣੀਆਂ ਕੋਈ ਨਹੀਂ। ਹਾਂ ਠੀਕ ਹੈ, ਇਹ ਗੰਢਾਂ ਅਸੀਂ ਆਪਣੇ ਹੱਥੀਂ ਲਾਈਆਂ ਨੇ। ਵਿਕਾਰਾਂ ਦੀ ਦਲਦਲ ਵਿੱਚ ਅਸੀਂ ਆਪਣੇ ਹੱਥੀਂ ਆਪ ਇਹ ਗੰਢਾਂ ਲਾਈਆਂ ਨੇ, ਪਰ ਲਾ ਤੇ ਦਿੱਤੀਆਂ ਪਰ ਖੁੱਲਦੀਆਂ ਨਹੀਂ। ਇਹ ਖੁੱਲਣੀਆਂ ਔਖੀਆਂ ਨੇ। ਇਸ ਲਈ ਤੁਸੀਂ ਇਸ ਧਰਤੀ ਤੇ ਪ੍ਰਗਟ ਹੋਏ ਹੋ ਇਸ ਵਾਸਤੇ ਕਿ ਇਹਨਾਂ ਦੀਆਂ ਵਿਕਾਰਾਂ ਦੀਆਂ ਗੰਢਾਂ ਖੋਲੀਆਂ ਜਾ ਸਕਣ। ਤੁਸੀਂ ਇਹਨਾਂ ਦੀ ਟੁੱਟੀ ਹੋਈ ਗੰਢਣ ਵਾਸਤੇ ਪ੍ਰਗਟ ਹੋਏ ਹੋ। ਧਰ ਪਰ ਨਰ ਸਰੀਰ ਕੋ ਤਾਰਾ ਧਰ ਕਹਿੰਦੇ ਧਰਤੀ, ਪਰ ਮੈਨੇ ਉੱਪਰ ਧਰਤੀ ਦੇ ਉੱਤੇ ਨਰ ਸਰੀਰ ਕੋ ਤਾਰਾ। ਅਕਾਲ ਪੁਰਖ ਪਰਮਾਤਮਾ ਪਰਮੇਸ਼ਵਰ ਨੇ ਤੁਹਾਡੇ ਰੂਪ ਦੇ ਵਿੱਚ ਇਸ ਧਰਤੀ ਦੇ ਉੱਤੇ ਆ ਸਰੀਰ ਦੇ ਰੂਪ ਵਿੱਚ ਪ੍ਰਗਟ ਹੋਣਾ ਕੀਤਾ ਹੈ। ਤੀਨਾ ਲੋਕ ਕੇ ਤੁਮ ਆਧਾਰਾ ਤਿੰਨਾਂ ਲੋਕਾਂ ਦਾ ਤੁਸੀਂ ਆਸਰਾ ਹੋ। ਕਿੰਨਾ ਉਹਨੂੰ ਗਿਆਨ ਸੀ, ਕਿੰਨੀ ਉਹਨੂੰ ਸੋਝੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਤੁਸੀਂ ਤਿੰਨਾਂ ਲੋਕਾਂ ਦੇ ਆਸਰੇ ਹੋ। ਆਏ ਜੇ ਰੱਬ ਚਰਨ ਸ਼ਰਣਾ ਜਿਹੜੇ ਆਪ ਜੀ ਦੀ ਚਰਨ ਸ਼ਰਨ ਦੇ ਵਿੱਚ ਆ ਜਾਵਣਗੇ, ਜਿਹੜੇ ਤੁਹਾਡੀ ਸ਼ਰਨ ਵਿੱਚ ਆ ਕੇ ਤੁਹਾਡੇ ਚਰਨਾਂ ਵਿੱਚ ਜੁੜ ਜਾਣਗੇ। ਕਿਉਂ ਨਾ ਤਰੈ ਜਗ ਜਨਮ ਸੁਮਰਨਾ ਕਿਉਂ ਨਾ ਕਰੇ? ਉਹ ਕਿਉਂ ਨਹੀਂ ਤਰਨਗੇ? ਕਿਉਂਕਿ ਤੁਸੀਂ ਆਏ ਹੀ ਤਰਨ ਵਾਸਤੇ ਹੋ ਤੇ ਤੁਹਾਡੇ ਚਰਨਾਂ ਤੋਂ ਬਿਨਾਂ ਦਰਿਆ ਕੋਈ ਨਹੀਂ ਜਾ ਸਕਦਾ। ਮਤ ਕੋ ਭਰਮ ਭੁਲੇ ਸੰਸਾਰ ਗੁਰ ਬਿਨ ਕੋਏ ਨਾ ਉਦਰ ਸਕਾਰ। ਇਸ ਲਈ ਕਿਉਂ ਨਾ ਕਰੇ? ਉਹ ਕਿਉਂ ਨਹੀਂ ਤਰਨਗੇ ਜਿਹੜੇ ਤੁਹਾਡੀ ਸ਼ਰਨ ਵਿੱਚ ਆ ਕੇ ਤੁਹਾਡੇ ਚਰਨਾਂ 'ਚ ਜੁੜ ਜਾਣਗੇ। ਉਹ ਕਿਉਂ ਨਹੀਂ ਤਰਨਗੇ ਜਿਹੜੇ ਆ ਕੇ ਕਹਿਣਗੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਬੋਲੇ। ਉਹ ਕਿਉਂ ਨਹੀਂ ਤਰਨਗੇ? ਉਹਨਾਂ ਦਾ ਜੰਮਣ ਮਰਨ ਕਿਵੇਂ ਨਹੀਂ ਮੁੱਕੇਗਾ? ਜਿਹੜੇ ਤੁਹਾਡੀ ਸ਼ਰਨ ਵਿੱਚ ਆ ਕੇ ਚਰਨਾਂ 'ਚ ਜੁੜਨਗੇ ਉਹਨਾਂ ਦਾ ਜੰਮਣ ਮਰਨ ਵੀ ਕੱਟਿਆ ਜਾਏਗਾ ਔਰ ਇਸ ਭਵਜਲ ਚੋਂ ਤਰ ਵੀ ਜਾਵਣਗੇ। ਕਰੇ ਬਚਨ ਤੁਮਰੇ ਜੋ ਕਮਾਵਨ ਪਰ ਸ਼ਰਤ ਇਹ ਹੈ ਵੀ ਤੁਹਾਡੇ ਬਚਨ ਕਮਾਉਣ ਵਾਲੇ ਹੋਣ। ਗਲਤੀ ਕਮਾਈ ਦੀ, ਗਲਤੀ ਅਮਲਾਂ ਦੀ ਹੈ ਨਾ। ਅਮਲ ਕਰਨਾ ਅਸੀਂ ਜੋ ਗੁਰਬਾਣੀ ਵਿੱਚ ਗੁਰੂ ਸਾਹਿਬ ਕਹਿੰਦੇ ਆ ਉਹਦੇ ਤੇ ਅਮਲ ਕਰਨਾ ਹੈ। ਜੋ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਿਆਵਾਂ ਦਿੱਤੀਆਂ ਨੇ ਸਾਨੂੰ ਉਹਦੇ ਤੇ ਅਮਲ ਕਰਨਾ ਅਸੀਂ। ਇਸ ਲਈ ਕਹਿੰਦੇ ਨੇ ਕਰਹਿ ਬਚਨ ਤੁਮਰੇ ਜੋ ਕਮਾਵਨ। ਜਿਹੜੇ ਤੁਹਾਡੇ ਬਚਨ ਨੇ ਉਹਨਾਂ ਨੂੰ ਜਿਹੜਾ ਕਮਾਉਣਾ ਕਰੇਗਾ। ਸੇ ਨਰ ਤੀਰਥ ਕਰਹਿ ਪਾਵਨ ਕਾਕ ਪਸੰਦ ਨੇ ਬਹੁਤ ਵੱਡੀ ਗੱਲ ਕਹਿ ਦਿੱਤੀ। ਕਾਸ਼ ਕਿਤੇ ਸਾਨੂੰ ਤੁਹਾਨੂੰ ਇਹ ਗੱਲ ਸਮਝ ਆ ਜਾਏ। ਆਖਿਆ ਜਿਹੜੇ ਤੁਹਾਡੇ ਬਚਨਾਂ ਨੂੰ ਕਮਾ ਲੈਣਗੇ ਉਹ ਸਭ ਤੋਂ ਵੱਡਾ ਤੀਰਥ ਉਹਨਾਂ ਨੂੰ ਮਿਲ ਜਾਏਗਾ। ਉਹਨਾਂ ਨੂੰ ਕਿਸੇ ਹੋਰ ਤੀਰਥ ਤੇ ਜਾਣ ਦੀ ਜ਼ਰੂਰਤ ਹੀ ਨਹੀਂ ਪਏਗੀ। ਕਿਸੇ ਹੋਰ ਤੀਰਥਾਂ ਤੇ ਜਾ ਕੇ ਉਹਨਾਂ ਨੂੰ ਕਹਿੰਦੇ ਜਾਣ ਦੀ ਲੋੜ ਹੀ ਨਹੀਂ ਪਏਗੀ। ਸਾਰੇ ਤੀਰਥਾਂ ਦਾ ਫਲ ਤੁਹਾਡੇ ਚਰਨਾਂ ਵਿੱਚ ਆ ਕੇ ਤੁਹਾਡੇ ਬਚਨਾਂ ਨੂੰ ਕਮਾ ਕੇ ਮਿਲ ਜਾਣਾ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਬੜੀ ਕਿਰਪਾ ਕੀਤੀ। ਮਹਾਰਾਜ ਕਹਿੰਦੇ ਨੇ ਜੇ ਬਚਨ ਕਮਾ ਲਈਏ ਨਾ ਤੇ ਬਾਹਰ ਵੀ ਤੀਰਥ ਨਹੀਂ, ਅੰਦਰ ਦੇ ਤੀਰਥ ਵਿੱਚ ਹੀ ਇਸ਼ਨਾਨ ਹੋ ਜਾਣਾ। ਅੰਦਰ ਦੇ ਤੀਰਥ ਵਿੱਚ ਹੀ ਚੁੱਭੀ ਲੱਗ ਜਾਣੀ ਹੈ। ਕਿਉਂਕਿ ਅੰਮ੍ਰਿਤ ਅੰਦਰ ਦੀ ਵਸਦਾ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਉੱਥੇ ਚੁੱਭੀ ਲੱਗ ਜਾਣੀ ਹੈ ਸੁਰਤ ਦੀ, ਜਿਹੜਾ ਤੁਹਾਡੇ ਬਚਨਾਂ ਨੂੰ ਕਮਾਏਗਾ। ਪਰ ਮਨਮੁਖ ਨੂੰ ਇਹ ਗੱਲ ਸਮਝ ਨਹੀਂ ਆਉਣੀ। ਮਨਮੁਖ ਬਾਹਰ ਭਟਕਦਾ ਹੈ। ਇਸ ਲਈ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾ ਸਾਧ ਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਮਨਮੁਖ ਇਸੇ ਤਰ੍ਹਾਂ ਭਰਮ ਵਿੱਚ ਭਟਕਦਾ ਹੈ। ਪਰ ਜਿਹਨੇ ਗੁਰਮੁਖ ਨੇ ਤੁਹਾਡੇ ਬਚਨ ਕਮਾ ਲਏ ਉਹਨੇ ਅੰਦਰ ਹੀ ਸਭ ਤੀਰਥਾਂ ਦਾ ਇਸ਼ਨਾਨ ਫਲ ਪ੍ਰਾਪਤ ਕਰ ਲਿਆ ਹੈ। ਜਿਸ ਵਿੱਚ ਸ਼ਬਦ ਗਿਆਨ ਕੀ ਰਾਖੀ ਸਤਿਗੁਰੂ ਮਹਾਰਾਜ
ਤੁਹਾਡੇ ਵਿੱਚ ਇੰਨੀ ਸ਼ਕਤ ਦੇ ਤੱਤੇ ਨੂੰ ਸਿਆਰੀ ਸ਼ਕਤੀ ਪਾਵਰ, ਤੁਹਾਡੇ ਕੋਲ ਗਿਆਨ ਦੀ ਪਾਵਰ ਹੈ। ਇਹ ਗਿਆਨ ਦੀ ਹੀ ਪਾਵਰ ਸੀ ਕਿ ਗੋਰਖਨਾਥ ਵੀ ਝੁਕ ਗਿਆ। ਵੱਡੇ ਵੱਡੇ ਜੋਗੀ ਜਿਹੜੇ ਆਪਣੇ ਆਪ ਨੂੰ ਕਹਾਉਣ ਵਾਲੇ ਸਨ, ਇਹ ਸਾਰੇ ਗੁਰੂ ਨਾਨਕ ਸਾਹਿਬ ਅੱਗੇ ਝੁਕੇ ਨੇ। ਕਿਉਂ ਝੁਕੇ ਨੇ? ਕਿਉਂਕਿ ਗੁਰੂ ਨਾਨਕ ਸਾਹਿਬ ਕੋਲ ਵੱਡੇ ਗਿਆਨ ਦੀ ਪਾਵਰ ਹੈ। ਜਿਹੜਾ ਇਹ ਜੋਗੀ ਨੇ, ਇਹ ਵੀ ਆਪਣੇ ਆਪ ਨੂੰ ਕਹਿੰਦੇ ਸੀ ਸਾਡੇ ਕੋਲ ਗਿਆਨ ਬਹੁਤ ਹੈ, ਕੋਈ ਸ਼ੱਕ ਨਹੀਂ, ਕਿਉਂਕਿ ਇਹਨਾਂ ਨੇ ਜਿਹੜੇ ਸਵਾਲ ਕੀਤੇ ਬਾ ਕਮਾਲ ਸਵਾਲ ਸਨ, ਗਿਆਨ ਨਾਲ ਭਰਪੂਰ। ਪਰ ਜਿਹੜੇ ਗਿਆਨ ਨਾਲ ਭਰਪੂਰ ਸਵਾਲ ਕੀਤੇ, ਵੱਡੇ ਕਮਾਈ ਵਾਲੇ ਧੰਨ ਗੁਰੂ ਨਾਨਕ ਸਾਹਿਬ ਨੇ ਆਪਣਾ ਵੱਡਾ ਗਿਆਨ ਅੱਗੇ ਰੱਖ ਕੇ ਇਹਨਾਂ ਦੇ ਮਨ ਦੀ ਤਸੱਲੀ ਕਰਾਤੀ, ਮਨ ਸੰਤੁਸ਼ਟ ਹੋ ਗਏ। ਹੁਣ ਕਾਕ ਪਸੰਦ ਕਹਿੰਦਾ ਵੀ ਮਹਾਰਾਜ ਜੀ ਤੁਹਾਡੇ ਗਿਆਨ ਵਿੱਚ ਬੜੀ ਪਾਵਰ ਹੈ, ਤੈ ਪੜ ਕਇਓ ਨਾ ਹੋਏ ਕਤ ਕਾਕੀ। ਤੇ ਜਿਹੜਾ ਇਹ ਗਿਆਨ ਹਾਸਲ ਕਰ ਲੇਗਾ ਉਹਦੀ ਗਤੀ ਕਿਵੇਂ ਨਹੀਂ ਹੋਏਗੀ, ਉਹਦੀ ਮੁਕਤੀ ਕਿਵੇਂ ਨਹੀਂ ਹੋਏਗੀ, ਉਹਨੂੰ ਮੋਕਸ਼ ਦੀ ਪ੍ਰਾਪਤੀ ਕਿਵੇਂ ਨਹੀਂ ਹੋਏਗੀ। ਕਾਸ਼ ਫਿਰ ਬੇਨਤੀ ਕਰਾਂ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਕੇ ਇਹਦੇ ਵਿੱਚੋਂ ਗਿਆਨ ਲੈ ਸਕਦੇ। ਇਹ ਗਿਆਨ ਦਾ ਸਾਗਰ ਹੈ ਜਿਹਦੇ ਵਿੱਚੋਂ ਅਸੀਂ ਗਿਆਨ ਪ੍ਰਾਪਤ ਕਰਨਾ ਹੈ। ਤੇ ਸਤਿਗੁਰੂ ਮਹਾਰਾਜ ਜੀ ਦੀ ਉਸਤਤ ਕਰਦੇ ਆਖਿਆ, ਮਹਾਰਾਜ ਤੁਹਾਡੇ ਕੋਲ ਤਾਂ ਗਿਆਨ ਦੀ ਪਾਵਰ ਹੈ, ਤੇ ਜਿਹੜਾ ਤੁਹਾਡੇ ਕੋਲੋਂ ਇਹ ਗਿਆਨ ਦੀ ਪਾਵਰ ਸ਼ਕਤੀ ਲੈਂਦਾ ਹੈ ਉਹ ਕਿਉਂ ਨਹੀਂ ਮੁਕਤ ਹੋਏਗਾ, ਕਿਉਂ ਨਹੀਂ ਉਹਦੀ ਗਤੀ ਹੋਏਗੀ, ਉਹਦਾ ਕਲਿਆਣ ਕਿਉਂ ਨਹੀਂ ਹੋਏਗਾ? ਜ਼ਰੂਰ ਹੋਏਗਾ। ਕਿਉਂ ਨਾ ਦਾ ਮਤਲਬ ਹੈ ਜ਼ਰੂਰ ਹੋਏਗਾ। ਉਹਦੀ ਗਤੀ ਹੋ ਜਾਏਗੀ, ਉਹ ਮੋਕਸ਼ ਨੂੰ ਪ੍ਰਾਪਤ ਕਰ ਲਵੇਗਾ, ਹਰ ਪੱਖ ਤੋਂ ਮੁਕਤ ਹੋ ਜਾਏਗਾ ਜਿਹੜਾ ਤੁਹਾਡੇ ਕੋਲੋਂ ਗਿਆਨ ਲੈ ਲਵੇਗਾ। ਸ਼੍ਰੀ ਨਾਨਕ ਬੋਲੇ ਤਬੇ ਸਭ ਗੁਣ ਮੇ ਪ੍ਰਧਾਨ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ ਆਪਣੇ ਮੁਖਾਰ ਬਿੰਦ ਤੋਂ, ਕਹਿਣ ਲੱਗੇ ਜੇ ਇੰਨੀ ਵੱਡੀ ਗੱਲ ਤੁਸੀਂ ਆਖਦੇ ਹੋ, ਅਸਲ ਦੇ ਵਿੱਚ ਤੁਹਾਡੇ ਅੰਦਰ ਵੀ ਭਰਪੂਰ ਗਿਆਨ ਹੈ, ਭਰਪੂਰ ਗਿਆਨ ਦੇ ਤੁਸੀਂ ਮਾਲਕ ਹੋ। ਭਗਤ ਨਿਰੰਤਰ ਕਰਤ ਹੋ ਸੋਤਨ ਵਿਖੇ ਮਹਾਨ। ਕਹਿੰਦੇ ਭਗਤ ਨਿਰੰਤਰ ਕਰਤ ਹੋ, ਭਗਤੀ ਨਿਰੰਤਰ ਤੁਹਾਡੇ ਅੰਦਰ ਭਗਤੀ ਜਿਹੜੀ ਆ ਉਹ ਚੱਲ ਰਹੀ ਹੈ। ਔਰ ਸ਼ਰੋਤਨ ਜਿਹੜੇ ਨੇ, ਸ਼ਰੋਤਨ ਦਾ ਅਰਥ ਹੁੰਦਾ ਸੁਣਨ ਵਾਲੇ, ਜਿਹੜੇ ਸੁਰਤ ਲਾ ਕੇ ਸੁਣਦੇ ਆ। ਕਹਿੰਦੇ ਜਿਹੜੇ ਸਰੋਤਨ ਹੈ ਇਹਨਾਂ ਦੇ ਵਿੱਚ ਬੈਠ ਕੇ ਮੈਂ ਮਹਿਸੂਸ ਕਰ ਰਿਹਾ ਕਿ ਤੁਹਾਡੇ, ਕਿਉਂਕਿ ਗੁਰੂ ਸਾਹਿਬ ਨੇ ਬਾਹਰ ਨਹੀਂ ਵੇਖਿਆ, ਗੁਰੂ ਸਾਹਿਬ ਨੇ ਅੰਦਰ ਦੀ ਖੇਡ ਵੇਖੀ ਤੇ ਆਖਿਆ ਤੁਹਾਡੇ ਅੰਦਰ ਤਾਂ ਨਿਰੰਤਰ ਭਗਤੀ ਚੱਲ ਰਹੀ ਹੈ। ਔਰ ਆ ਜਿਹੜੇ ਤੁਹਾਡੇ ਨਾਲ ਸਾਧੂ ਨੇ, ਇਹ ਸਰੋਤੇ ਨੇ ਜਿਹੜੇ ਤੁਹਾਡੇ ਕੋਲ ਬੈਠ ਕੇ ਤੁਹਾਡੇ ਕੋਲੋਂ ਭਰਪੂਰ ਗਿਆਨ ਦੀਆਂ ਗੱਲਾਂ ਸੁਣਦੇ ਹਨ। ਸਤਿਗੁਰ ਦੀਨਾਨਾਥ ਜੀ ਕੀਜੈ ਮੇ ਸਹਾਏ। ਦੇਖੋ ਜਿਹਦੇ ਅੰਦਰ ਭਗਤੀ ਹੋਏਗੀ ਉਹਦੇ ਅੰਦਰ ਨਿਮਰਤਾ ਵੀ ਹੋਏਗੀ, ਕਿਉਂਕਿ ਜਿਹਦੇ ਅੰਦਰ ਹੰਕਾਰ ਹੈ ਉਹਦੇ ਅੰਦਰ ਭਗਤੀ ਨਹੀਂ ਹੋ ਸਕਦੀ। ਭਗਤੀ ਦਾ ਜਾਗ ਲੱਗਣਾ ਹੀ ਉਹਦੇ ਅੰਦਰ ਹੈ ਜਿਹਦੇ ਅੰਦਰ ਨਿਮਰਤਾ ਹੋਏਗੀ। ਹੰਕਾਰ ਵਾਲੇ ਅੰਦਰ ਭਗਤੀ ਦਾ ਜਾਗ ਨਹੀਂ ਜੇ ਲੱਗਦਾ। ਹੁਣ ਇਹਦੇ ਅੰਦਰ ਨਿਮਰਤਾ ਸੀ, ਜੇ ਆਪਾਂ ਕਿਸੇ ਦੀ ਵਡਿਆਈ ਕਰਦੇ ਹਾਂ ਨਾ ਵੀ ਤੇਰੇ ਵਿੱਚ ਆਹ ਗੁਣ ਨੇ, ਤੇ ਜੇ ਅੰਦਰ ਨਿਮਰਤਾ ਨਹੀਂ ਹੋਏਗੀ ਉਹ ਹੰਕਾਰ ਵਿੱਚ ਵਾਧਾ ਹੋ ਜਾਣਾ। ਉਹ ਤੇ ਇਸ ਤਰ੍ਹਾਂ ਜਿਵੇਂ ਘਿਓ ਦਾ ਸੀ, ਅੱਗ ਵਿੱਚ ਘਿਓ ਪਾ ਦਿੱਤਾ, ਪਰ ਜੇ ਅੰਦਰ ਨਿਮਰਤਾ ਹੋਏਗੀ ਤੇ ਹੱਥ ਜੁੜ ਜਾਣਗੇ। ਉਹ ਆਖਣਗੇ ਵੀ ਨਹੀਂ, ਇਹ ਤੇ ਸਭ ਮਾਲਕ ਦੀ ਕਿਰਪਾ, ਮੈਂ ਕੌਣ ਹੁੰਨਾ ਭਗਤੀ ਕਰਨ ਵਾਲਾ। ਇਹਨੇ ਆਖਿਆ ਕਾਕ ਬਸੁੰਡ ਨੇ, ਕਹਿੰਦਾ ਹੇ ਮਾਲਕ ਜੀ ਤੁਸੀਂ ਆਪ ਨਿਰੰਕਾਰ ਨਾਥਾਂ ਦੇ ਨਾਥ ਹੋ, ਕੀਜਾਂ ਮੋਏ ਸਹਾਈ, ਮੇਰੀ ਸਹਾਇਤਾ ਕਰੋ, ਮੈਂ ਇਸੇ ਤਰ੍ਹਾਂ ਬਸ ਇਸ ਪ੍ਰੇਮਾ ਭਗਤੀ ਵਿੱਚ ਰੰਗਿਆ ਰਵਾਂ। ਸਰੋਤੇ ਕਿਸ ਪ੍ਰਕਾਰ ਕੇ ਦੀਜੇ ਮੂੰਹ ਬਤਾਏ। ਤੇ ਦੂਜੀ ਗੱਲ ਤੁਸੀਂ ਕੀਤੀ ਆ ਸਰੋਤੇ ਦੀ, ਹੁਣ ਇਹ ਵੀ ਕਿਰਪਾ ਕਰਕੇ ਦੱਸ ਦਿਓ ਵੀ ਸਰੋਤੇ ਹੁੰਦੇ ਕਿੰਨੇ ਪ੍ਰਕਾਰ ਦੇ ਨੇ, ਕਿੰਨੇ ਪ੍ਰਕਾਰ ਦੇ ਸਰੋਤੇ। ਸਰੋਤੇ ਦਾ ਅਰਥ ਹੈ ਸੁਣਨ ਵਾਲਾ, ਬਖਤਾ ਹੁੰਦਾ ਬੋਲਣ ਵਾਲਾ। ਤੇ ਮਹਾਰਾਜ ਜੀ ਦੱਸਿਓ ਵੀ ਸਰੋਤੇ ਜਿਹੜੇ ਆ ਇਹ ਕਿਸ ਪ੍ਰਕਾਰ ਦੇ, ਕਿੰਨੇ ਪ੍ਰਕਾਰ ਦੇ ਹੁੰਦੇ ਨੇ। ਦੀਜਾ ਮੂੰਹੇ ਬਤਾਏ, ਮੈਨੂੰ ਕਿਰਪਾ ਕਰਕੇ ਇਹ ਦੱਸ ਦਿਓ ਜੀ। ਸਰੋਤਾ ਜਗ ਮੈਂ ਪੰਜ ਪ੍ਰਕਾਰਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ, ਕਹਿੰਦੇ ਸਾਧੂ ਜੀ ਪੰਜ ਪ੍ਰਕਾਰ ਦੇ ਜਿਹੜੇ ਆ ਉਹ ਸਰੋਤੇ ਹਨ। ਸੋਗੋ ਤੁਮ ਸੋ ਕਰੇ ਉਚਾਰਾ। ਉਹਨੇ ਆਖਿਆ ਵੀ ਮਹਾਰਾਜ ਜੀ ਦੱਸੋ ਪੰਜ ਪ੍ਰਕਾਰ ਦੇ ਸਰੋਤੇ ਕਿੱਦਾਂ ਦੇ ਹੁੰਦੇ ਨੇ। ਤੇ ਸਾਹਿਬ ਜੀ ਨੇ ਆਖਿਆ ਵੀ ਤੁਮ ਸੋ ਕਰੋ ਉਚਾਰਾ, ਕਿ ਮੈਂ ਤੁਹਾਡੇ ਸਨਮੁਖ ਉਹਨਾਂ ਪੰਜਾਂ ਦਾ ਜ਼ਿਕਰ ਕਰਦਾ ਹਾਂ। ਰਾਗ ਰਗਨੀ ਸਮਝੇ ਏਕਾ। ਇੱਕ ਦਾ ਅਰਥ ਹੈ ਪਹਿਲਾ, ਪੰਜ ਸਰੋਤੇ ਜਿਹੜੇ ਆ ਉਹਨਾਂ ਵਿੱਚੋਂ ਇੱਕ ਉਹ ਕੀ ਹੋਣਾ ਚਾਹੀਦਾ ਹੈ? ਰਾਗ ਰਾਗਣੀ, ਰਾਗ ਤੇ ਰਾਗਣੀ ਦੀ ਸੋਝੀ ਹੋਣੀ ਚਾਹੀਦੀ ਹੈ। ਅਸੀਂ ਜੋ ਸੁਣ ਰਹੇ ਹਾਂ ਨਾ, ਤੇ ਜੋ ਅਸੀਂ ਸ਼ਬਦ ਸੁਣ ਰਹੇ ਹਾਂ ਰਾਗੀ ਸਾਹਿਬਾਨ, ਕੀਰਤਨੀਏ ਸਾਹਿਬਾਨ ਕੋਲੋਂ, ਤੇ ਜੋ ਉਹ ਸ਼ਬਦ ਗਾ ਰਹੇ ਨੇ ਸਾਨੂੰ ਉਸ ਰਾਗ ਦੀ ਸੋਝੀ ਹੋਣੀ ਚਾਹੀਦੀ ਹੈ, ਉਸ ਰਾਗ ਦਾ ਗਿਆਨ ਸਾਨੂੰ ਹੋਣਾ ਚਾਹੀਦਾ ਹੈ। ਇਸ ਲਈ ਕਹਿੰਦੇ ਨੇ ਪਹਿਲਾ ਸਰੋਤੇ ਦਾ ਗੁਣ ਇਹ ਹੋਵੇ ਕਿ ਰਾਗ ਰਾਗਣੀ ਸਮਝ ਹੈ, ਉਹ ਰਾਗ ਰਾਗਣੀ ਨੂੰ ਸਮਝਣ ਵਾਲੇ ਹੋਣ। ਦੂਜੇ ਸੁਰ ਕੇ ਲਗੇ ਵਿਵੇਕਾ। ਦੂਜੇ ਸਰੋਤੇ ਹੋਣ ਜਿਨ੍ਹਾਂ ਨੂੰ ਸੁਰ ਦਾ ਵੀ ਗਿਆਨ ਹੋਵੇ, ਸੁਰ ਵੀ ਜਿਹੜਾ ਜਿਸ ਸੁਰ ਦੇ ਆਸਰੇ ਤੇ ਰਾਗ ਨੂੰ ਗਾਇਆ ਜਾਣਾ ਹੈ, ਕਹਿੰਦੇ ਉਸ ਸੁਰ ਦਾ ਵੀ ਗਿਆਨ ਹੋਣਾ ਚਾਹੀਦਾ ਹੈ। ਤੀਜੋ ਤਾਲ ਸੁਨੇ ਹਿਤ ਦਿਆ। ਔਰ ਤੀਸਰਾ ਸਰੋਤੇ ਵਿੱਚ ਗੁਣ ਇਹ ਹੋਣਾ ਚਾਹੀਦਾ ਕਿ ਸੁਰ ਦੇ ਨਾਲ ਤਾਲ ਵੀ ਹੁੰਦਾ ਹੈ। ਹੁਣ ਸੁਰ ਦਾ ਵੀ ਗਿਆਨ ਹੋਵੇ ਤੇ ਤਾਲ ਦਾ ਵੀ ਗਿਆਨ ਜਿਹੜਾ ਉਹ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਸੁਰ ਕਿਤੇ ਜਾ ਰਹੀ ਹੈ ਤੇ ਤਾਲ ਕਿਤੇ ਜਾ ਰਿਹਾ ਹੈ। ਸੁਰ ਦਾ ਵੀ ਔਰ ਤਾਲ ਦਾ ਵੀ ਜਿਹੜਾ ਉਹ ਗਿਆਨ ਹੋਣਾ ਸਰੋਤੇ ਵਿੱਚ ਜ਼ਰੂਰੀ ਹੈ। ਚਤੁਰਤ ਬਦਤ ਤੇ ਰਸ ਲਿਆ। ਔਰ ਬਦਤ ਦਾ ਅਰਥ ਹੁੰਦਾ ਜੋ ਸਾਜ਼ ਵੱਜ ਰਿਹਾ ਹੈ, ਜੋ ਸਾਜ਼ ਵੱਜ ਰਿਹਾ ਹੈ। ਜਿਵੇਂ ਭਾਈ ਮਰਦਾਨਾ ਜੀ ਦੇ ਕੋਲ ਰਬਾਬ ਦਾ ਸਾਜ਼ ਹੈ, ਹੁਣ ਉਹਨਾਂ ਨੇ ਸ਼ਬਦ ਗਾਇਆ ਤੇ ਇਕੱਲਾ ਸ਼ਬਦ ਥੋੜੀ ਗਾਇਆ, ਨਾਲ ਰਬਾਬ ਵੀ ਤਾਂ ਵਜਾਈ ਹੈ। ਕਹਿੰਦੇ ਨੇ ਜਿਹੜਾ ਸਾਜ਼ ਵੱਜ ਰਿਹਾ ਹੋਵੇ ਰਸ, ਉਹਦਾ ਰਸ ਵੀ ਨਾਲ ਨਾਲ ਲੈਂਦਾ ਹੋਵੇ। ਹੁਣ ਧਿਆਨ ਰੱਖਿਓ, ਪਹਿਲਾਂ ਤੇ ਇਹ ਵੀ ਜਿਹੜੀ ਗੁਰਬਾਣੀ ਨੂੰ ਗਾਇਨ ਕਰਨਾ ਉਹ ਰਾਗ ਵਿੱਚ, ਦੂਸਰਾ ਕਿ ਜਿਸ ਰਾਗ ਵਿੱਚ ਸ਼ਬਦ ਹੈ ਉਸੇ ਰਾਗ ਦੇ ਵਿੱਚ ਉਹਦਾ ਗਾਇਨ ਕਰਨਾ। ਫਿਰ ਸਾਨੂੰ ਸੁਰ ਦਾ ਤੇ ਤਾਲ ਦਾ ਵੀ ਗਿਆਨ ਹੋਣਾ ਸਰੋਤੇ ਨੂੰ ਜ਼ਰੂਰੀ ਹੈ। ਪਰ ਕੀ ਅਸੀਂ ਰਾਗ ਦੇ, ਸੁਰ ਦੇ ਤੇ ਜਿਹੜਾ ਸਾਜ਼ ਵੱਜ ਰਿਹਾ ਉਹਦੇ ਰਸ ਦੇ ਸਰੋਤੇ ਹਾਂ? ਇੱਥੇ ਥੋੜਾ ਜਿਹਾ ਸਮਝ ਕੇ ਚੱਲਣਾ ਪੈਣਾ। ਕਿ ਅਸੀਂ ਇਸ, ਜੋ ਗੁਰੂ ਸਾਹਿਬ ਜੀ ਨੇ ਆਖਿਆ ਵੀ ਅਸੀਂ ਇਸ ਰਸ ਦੇ ਸਰੋਤੇ ਹਾਂ, ਕਿਉਂਕਿ ਸਮਾਂ ਜਿਸ ਤਰ੍ਹਾਂ ਦਾ ਬਦਲਿਆ ਹੈ। ਜੇ ਅਸੀਂ ਗੁਰੂ ਘਰ ਦੇ ਕੀਰਤਨੀਆਂ ਨੂੰ ਗੱਲ ਕਰੀਏ ਵੀ ਤਰਜਾਂ ਗਾਉਣ ਵਾਲੇ ਜਿਹੜਾ ਫਿਲਮੀ ਟਿਊਨਾਂ ਉੱਤੇ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਜਾਂਦੇ ਆ, ਕਿਉਂ? ਉਹ ਕਹਿੰਦੇ ਕਿ ਸੁਣਨ ਵਾਲੇ ਸਰੋਤੇ ਇਦਾਂ ਦੇ ਨੇ। ਜੇ ਅਸੀਂ ਰਾਗ ਵਿੱਚ, ਸੁਰ ਵਿੱਚ ਵੀ ਰਾਗ ਹੋਵੇ ਤੇ ਗਾਉਣ ਵਾਲੇ ਸ਼ਬਦ ਵਿੱਚ ਵੀ ਜਿਹੜਾ ਰਾਗ ਉਹਦੇ ਵਿੱਚ ਰਾਗ ਦਾ ਸੁਮੇਲ ਹੋਵੇ, ਤੇ ਫਿਰ ਸੁਣਨ ਵਾਲੇ ਸਰੋਤੇ ਕਹਿੰਦੇ ਜੀ ਸਵਾਦ ਨਹੀਂ ਆਇਆ, ਰਸ ਨਹੀਂ ਆਇਆ। ਤੇ ਜਦੋਂ ਕਿਤੇ ਹਾਰਮੋਨੀਅਮ ਦੀਆਂ ਸੁਰਾਂ ਤੇ ਕੋਈ ਟਿਊਨ ਚੱਲਦੀ ਹੋਵੇ ਜਿਹੜੀ ਸਾਡੇ ਕੰਨਾਂ ਨੂੰ ਰਸ ਦਿੰਦੀ ਹੋਵੇ, ਅਸੀਂ ਕਹਿੰਦੇ ਸਵਾਦ ਆ ਗਿਆ। ਤੇ ਪੁੱਛੋ ਕਾਹਦਾ ਆਇਆ? ਸ਼ਬਦ ਦਾ ਨਹੀਂ ਕਹਿਣਗੇ, ਉਹ ਕਹਿਣਗੇ ਜਿਹੜੀ ਟਿਊਨ ਵੱਜਦੀ ਸੀ ਨਾ, ਇਹ ਸੁਣ ਕੇ ਬੜਾ ਸਵਾਦ ਆ ਗਿਆ। ਅਸੀਂ ਤੇ ਉਹ ਟਿਊਨ ਦਾ ਹੀ ਸਵਾਦ ਲਿਆ, ਪਰ ਸ਼ਬਦ ਦਾ ਤੇ ਲਿਆ ਹੀ ਕੋਈ ਨਹੀਂ ਅਸੀਂ। ਦੂਜੀ ਗੱਲ, ਫਿਰ ਜਿਹੜੀ ਤੁਸੀਂ ਟਿਊਨ ਦਾ ਸਵਾਦ ਲਿਆ, ਤੁਹਾਡੇ ਦਿਮਾਗ ਵਿੱਚ ਪਿਕਚਰ ਵੀ ਉਹੀ ਚੱਲ ਰਹੀ ਸੀ, ਤੁਹਾਡੀ ਸੁਰਤ ਵੀ ਉੱਥੇ ਚਲੀ ਗਈ। ਗਾਉਣ ਵਜਾਉਣ ਵਾਲੇ ਜਿਹੜੇ ਸੀ, ਨੱਚਣ ਟੱਪਣ ਵਾਲੇ ਸਨ, ਉਹ ਧਿਆਨ ਫਿਲਮ ਵੱਲ, ਗਾਉਣ ਵੱਲ, ਨੱਚਣ ਵੱਲ, ਉਹ ਸਾਰਾ ਜਿਹੜਾ ਸੀਨ ਤੁਹਾਡੇ ਦਿਮਾਗ ਅੰਦਰ ਚੱਲਣ ਲੱਗ ਪਿਆ। ਫਿਰ ਸਵਾਦ ਗੁਰਬਾਣੀ ਦਾ ਤੇ ਆਇਆ ਨਹੀਂ, ਗੁਰਬਾਣੀ ਦਾ ਰਸ ਆਇਆ ਨਹੀਂ। ਗੁਰੂ ਸਾਹਿਬ ਨੇ ਜਿਹੜੇ ਸਰੋਤਿਆਂ ਦੀ ਗੱਲ ਕੀਤੀ, ਤੁਸੀਂ ਸਰੋਤੇ ਰਾਗ ਸੁਣਨ ਵਾਲੇ ਬਣ ਜਾਓ, ਗਾਉਣ ਵਾਲਿਆਂ ਨੇ ਆਪੇ ਹੀ ਰਾਗ ਤੁਹਾਨੂੰ ਸੁਣਾਉਣਾ। ਪਰ ਜੇ ਆਪਾਂ ਸਰੋਤੇ ਹੀ ਅੱਗੋਂ ਸੁਣਨ ਵਾਲੇ ਨਾ ਹੋਏ ਤੇ ਫਿਰ ਗਾਉਣ ਵਾਲੇ ਨੇ ਆਖਣਾ ਠੀਕ ਹੈ, ਜੋ ਇਹਨਾਂ ਨੂੰ ਰਸ ਚਾਹੀਦਾ ਫਿਰ ਉਦਾਂ ਦਾ ਗਾ ਕੇ ਸੁਣਾ ਦਿੰਦੇ ਆ। ਗੁਰੂ ਸਾਹਿਬ ਕਿਰਪਾ ਕਰਨ ਫਿਰ ਸਮਝ ਲੈਣਾ। ਮਹਾਰਾਜ ਜੀ ਕਹਿੰਦੇ ਪੰਜ ਪ੍ਰਕਾਰ ਦੇ ਸਰੋਤੇ ਆ।
ਇੱਕ ਉਹ ਨੇ ਜਿਨ੍ਹਾਂ ਨੂੰ ਰਾਗ ਰਾਗਣੀ ਦੀ ਸਮਝ, ਦੂਜੇ ਉਹ ਨੇ ਜਿਨ੍ਹਾਂ ਨੂੰ ਸੁਰ ਦੀ ਸਮਝ, ਤੀਜੇ ਉਹ ਨੇ ਜਿਨ੍ਹਾਂ ਨੂੰ ਤਾਲ ਦੀ ਸਮਝ, ਔਰ ਚੌਥੇ ਉਹ ਨੇ ਚਤੁਰਥ, ਚੌਥੇ ਉਹ ਨੇ ਬਾਦਤ ਤੇ ਰਸ ਲੈ। ਜਦੋਂ ਉਹ ਸਾਜ਼ ਵੱਜਦਾ ਹੈ ਤੇ ਉਹਦਾ ਵੀ ਰਸ ਉਹਨਾਂ ਨੂੰ ਪ੍ਰਾਪਤ ਜਿਹੜਾ ਉਹ ਉਸ ਦੇ ਵੀ ਉਹ ਸਰੋਤੇ ਜਿਹੜੇ ਆ ਉਹ ਹੋਣੇ ਚਾਹੀਦੇ ਆ, ਭਾਵ ਉਹਦੀ ਵੀ ਕਦਰ ਹੋਣੀ ਚਾਹੀਦੀ ਹੈ ਤੁਹਾਨੂੰ। ਹੁਣ ਜੇ ਕਿਸੇ ਨੇ ਰਾਗ ਦੇ ਵਿੱਚ ਗੁਰੂ ਕੇ ਪਿਆਰੇ ਨੇ ਕੀਰਤਨ ਕਰਨਾ ਹੈ, ਸ਼ਬਦ ਪੜ੍ਹਨਾ, ਤੇ ਉਹ ਸੌਖੀ ਖੇਡ ਨਹੀਂ ਹੈ। ਸਾਨੂੰ ਗੁਰੂ ਘਰ ਦੇ ਜਿਹੜੇ ਰਾਗ ਵਿੱਚ ਕੀਰਤਨ ਕਰਨ ਵਾਲੇ ਆ ਉਹਨਾਂ ਦੀ ਕਦਰ ਵੀ ਸਾਨੂੰ ਕਰਨੀ ਪੈਣੀ ਆ। ਉਹਨਾਂ ਨੇ ਪਹਿਲਾਂ ਰਾਗ ਨੂੰ ਸਮਝਣਾ, ਫਿਰ ਉਸ ਰਾਗ ਨੂੰ ਸੁਰ ਦੇ ਉੱਤੇ ਲਿਆ ਕੇ ਉਹਦਾ ਰਿਆਜ਼ ਕਰਨਾ, ਫਿਰ ਉਹ ਕਿੰਨੇ ਘੰਟੇ ਕਿੰਨਾ ਸਮਾਂ ਉਹ ਰਿਆਜ਼ ਕਰਦੇ ਆ। ਫਿਰ ਉਹਨੂੰ ਰਿਆਜ਼ ਕਰਨ ਤੋਂ ਬਾਅਦ ਉਹ ਰਾਗ ਦੇ ਮੁਤਾਬਕ ਸ਼ਬਦ ਲੈ ਕੇ ਉਹਨੂੰ ਗਾਉਣਾ ਇੰਨਾ ਸੌਖਾ ਨਹੀਂ ਹੈ ਜਿੰਨਾ ਅਸੀਂ ਸਮਝ ਲੈਂਦੇ ਹਾਂ। ਸਾਨੂੰ ਉਹਦੀ ਵੀ ਕਦਰ ਕਰਨੀ ਪਏਗੀ, ਕਿਉਂਕਿ ਅਸੀਂ ਗਾਉਣ ਵਾਲਿਆਂ ਦੀ ਕਦਰ ਤਾਂ ਬੜੀ ਕੀਤੀ ਹੈ ਜਿਹਨੇ ਸਾਨੂੰ ਵੀ ਨਚਾ ਲਿਆ, ਸਾਡੀਆਂ ਧੀਆਂ ਭੈਣਾਂ ਵੀ ਨਚਾ ਲਈਆਂ, ਬੜੀ ਕਦਰ ਕੀਤੀ ਅਸੀਂ ਉਹਨਾਂ ਦੀ। ਉਹ ਸਾਨੂੰ ਕੀ ਦੇ ਕੇ ਗਏ? ਨੱਚ ਕੇ ਨਚਾ ਕੇ ਗਏ, ਸਾਨੂੰ ਕੀ ਦੇ ਕੇ ਗਏ? ਉਹ ਸਾਡੇ ਧੀਆਂ ਪੁੱਤਰਾਂ ਨੂੰ ਕਹਿ ਕੇ ਗਏ ਆ ਵੀ ਚੱਕ ਲਓ ਹਥਿਆਰ, ਅੱਜ ਕਿਸੇ ਥਾਂ ਤੇ ਕਿਸੇ ਦੀ ਧੀ ਭੈਣ ਨੂੰ ਕੱਢਣ ਜਾਣਾ। ਆਹੀ ਕੁਝ ਹੁੰਦਾ ਹੈ। ਸਾਨੂੰ ਆ ਦੁਨੀਆ ਦੇ ਵਿਕਾਰਾਂ ਦੇ ਰੰਗ ਦੇ ਵਿੱਚ ਠੀਕ ਹੈ, ਗਾਇਕੀ ਸਾਫ਼ ਵੀ ਹੈ, ਸੂਫੀ ਗਾਇਕੀ ਵੀ ਹੈ, ਉਹ ਵੀ ਹੈ ਜੋ ਅਸੀਂ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਕੇ ਪਰਿਵਾਰਕ ਮਾਹੌਲ ਜਿਹੜਾ ਕਿਸ ਤਰ੍ਹਾਂ ਦਾ ਇਹ ਵੀ ਜਾਣ ਸਕਦੇ ਹਾਂ, ਪਰ ਬਹੁਤਾਤ ਵਿੱਚ ਕਿਸ ਤਰ੍ਹਾਂ ਦੀ ਗਾਇਕੀ ਉਹ ਆਪਾਂ ਸਾਰੇ ਜਾਣਦੇ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਜਿਹੜੀ ਇੱਥੇ ਦੀ ਗਾਇਕੀ ਹੈ ਉਹਨੇ ਤੁਹਾਨੂੰ ਸੰਸਾਰ ਨਾਲ ਨਹੀਂ ਨਿਰੰਕਾਰ ਨਾਲ ਜੋੜਨਾ ਹੈ। ਇੱਕ ਸ਼ਬਦ ਜਿਹੜਾ ਤੁਸੀਂ ਸੁਣਦੇ ਹੋ, ਤੁਹਾਡੀ ਸੁਰਤ ਵਿੱਚ ਸੰਸਾਰੀ ਪਿਕਚਰ ਨਹੀਂ ਚੱਲਣੀ, ਉੱਥੇ ਤੁਹਾਡਾ ਕੋਈ ਮਨ ਸ਼ਰਾਰਤੀ ਹੋ ਕੇ ਨੱਚਣ ਟੱਪਣ ਵਾਲੇ ਪਾਸੇ ਨਹੀਂ ਜਾਏਗਾ। ਜਦੋਂ ਤੁਸੀਂ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼ਬਦ ਸੁਣ ਰਹੇ ਹੋ, ਉਹ ਤੁਹਾਡੀ ਸੁਰਤ ਨੂੰ ਨਿਰੰਕਾਰ ਤੱਕ ਲੈ ਕੇ ਜਾਏਗਾ, ਤੁਹਾਡੀ ਸੁਰਤ ਨੂੰ ਗੁਰੂ ਗ੍ਰੰਥ ਸਾਹਿਬ ਤੱਕ ਲੈ ਕੇ ਜਾਏਗਾ। ਤੁਹਾਡੇ ਦਿਮਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਿਕਚਰ ਬਣੇਗੀ, ਤੁਹਾਡੇ ਦਿਮਾਗ ਦੇ ਵਿੱਚ ਖਿਆਲਾਂ ਵਿੱਚ ਨਿਰੰਕਾਰ ਦਾ ਸਰੂਪ ਜਿਹੜਾ ਉਹ ਬਣੇਗਾ। ਤੇ ਫਿਰ ਜਿਹੜਾ ਸਾਨੂੰ ਨਿਰੰਕਾਰ ਨਾਲ ਜੋੜ ਲਿਆ ਉਹਦੀ ਕਦਰ ਕਿੰਨੀ ਕੁ ਹੈ, ਤੇ ਜਿਹੜਾ ਸਾਡੇ ਮਨ ਨੂੰ ਸ਼ਰਾਰਤੀ ਬਣਾ ਰਿਹਾ, ਨੱਚ ਰਿਹਾ, ਨਚਾ ਕੇ ਜਾ ਰਿਹਾ, ਅਸੀਂ ਉਹਦੀ ਕਦਰ ਕਿੰਨੀ ਕਿ ਸਾਨੂੰ ਦੇਖਣਾ ਪੈਣਾ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਦੀ ਕਿੰਨੀ ਕਦਰ ਕਰਦੇ ਆ, ਕਿੰਨਾ ਸਤਿਕਾਰ ਗੁਰੂ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਦਿੰਦੇ ਆ। ਇਸ ਲਈ ਸਭ ਕਹਿੰਦੇ ਸਰੋਤੇ ਦੇ ਵਿੱਚ ਚੌਥਾ ਗੁਣ ਹੋਵੇ ਬਾਦਤ ਤੇ ਰਸ ਲੈ। ਬਾਦਤ ਦਾ ਜਿਹੜਾ ਸਾਜ਼ ਵੱਜ ਰਿਹਾ ਹੈ, ਉਹ ਸਾਜ਼ ਦਾ ਵੱਜਣ ਦਾ ਜਿਹੜਾ ਰਸ ਹੈ ਉਹ ਵੀ ਕਹਿੰਦੇ ਸਰੋਤੇ ਨੂੰ ਆਉਣਾ ਚਾਹੀਦਾ ਹੈ, ਉਹਦੀ ਵੀ ਸੋਝੀ ਹੋਣੀ ਚਾਹੀਦੀ ਹੈ। ਪੰਚਮ ਸ਼ਬਦ ਅਰਥ ਕੋ ਚੀਨਾ। ਤੇ ਪੰਜਵਾਂ ਸਰੋਤਾ ਉਹ ਹੈ ਜਿਹੜਾ ਸ਼ਬਦ ਹੈ ਉਹਦੇ ਅਰਥ ਨੂੰ ਵੀ ਸਮਝਣ ਵਾਲਾ ਹੋਵੇ, ਉਹਦੇ ਅੰਦਰ ਇੱਕ ਖਿੱਚ ਹੋਵੇ ਵੀ ਆਹ ਸ਼ਬਦ ਜਿਹੜਾ ਗਾਇਆ ਜਾਂ ਪੜਿਆ ਇਹਦੇ ਮੈਂ ਅਰਥ ਸਮਝਣੇ ਆ, ਵੀ ਇਹਦੇ ਵਿੱਚ ਮੈਨੂੰ ਸਮਝਾਇਆ ਕੀ ਗਿਆ ਹੈ। ਕੇਵਲ ਇਹ ਨਹੀਂ ਕਿ ਸ਼ਬਦ ਸੁਣਿਆ ਤੇ ਉਹ ਗਿਆ, ਨਹੀਂ, ਇਹ ਸ਼ਬਦ ਨੇ ਕਿਹਾ ਕੀ ਹੈ, ਇਹ ਸ਼ਬਦ ਮੈਨੂੰ ਸਮਝਾ ਕੀ ਰਿਹਾ ਹੈ, ਉਹਦੇ ਅਰਥਾਂ ਵੱਲ ਵੀ ਜਾਣਾ। ਪੰਜਵਾਂ ਸਰੋਤਾ ਮਹਾਰਾਜ ਜੀ ਕਹਿੰਦੇ ਉਹ ਹੁੰਦਾ ਹੈ ਪੰਚਮ ਸ਼ਬਦ ਅਰਥ ਕੋ ਚੀਨਾ। ਚੀਨਾ ਮੈਨੇ ਜਾਣਨਾ, ਪਛਾਣਨਾ, ਵੀ ਉਹ ਸ਼ਬਦ ਦੇ ਅਰਥ ਨੂੰ ਵੀ ਪਛਾਣਨ ਵਾਲਾ ਹੋਵੇ। ਇੱਕ ਦਿਨ ਬੇਨਤੀ ਕੀਤੀ ਸੀ ਕਿ ਕਮ ਸੇ ਕਮ, ਬਹੁਤਾ ਨਹੀਂ ਤਾਂ ਕਮ ਸੇ ਕਮ, ਵੈਸੇ ਤਾਂ ਅੱਜ ਬੜਾ ਸੌਖਾ ਤਰੀਕਾ ਹੈ, ਇੰਟਰਨੈਟ ਦਾ ਸਮਾਂ ਹੈ, ਹਰ ਮੋਬਾਈਲ ਦੇ ਉੱਤੇ ਗੁਰਬਾਣੀ ਆ ਜਾਂਦੀ ਹੈ। ਸਾਨੂੰ ਕੋਈ ਵੀ ਸ਼ਬਦ ਕੱਢਣ ਲੱਗਦਾ ਹੈ, ਨਹੀਂ ਸਮਝ ਆਉਂਦੀ, ਅਸੀਂ ਉਸੇ ਵੇਲੇ ਉਹਦੇ ਅਰਥ ਕੱਢ ਕੇ ਅਸੀਂ ਉਹ ਸਮਝ ਸਕਦੇ ਹਾਂ। ਪਰ ਦੂਜੀ ਗੱਲ ਇਹ ਕਮ ਸੇ ਕਮ, ਤੇ ਜਿਹੜੀ ਅਸੀਂ 2 ਵਕਤ ਬਾਣੀ ਦਾ ਅਭਿਆਸ ਨਿਤ ਦੇ ਨੇਮ ਵਿੱਚ ਕਰਦੇ ਹਾਂ ਨਾ, ਤੇ ਕਮ ਸੇ ਕਮ ਸਾਨੂੰ ਉਹਦੇ ਅਰਥ ਜ਼ਰੂਰ ਪਤਾ ਹੋਣ। ਉਹਦੇ ਨਾਲ ਫਾਇਦਾ ਕੀ ਹੋਏਗਾ? ਜਦੋਂ ਤੁਸੀਂ ਬਾਣੀ ਪੜ੍ਹ ਰਹੇ ਹੋ ਨਾ, ਨਾਲ ਅਰਥ ਵੀ ਚੱਲਣਗੇ ਤੇ ਸੁਰਤ ਹੋਰ ਪਾਸੇ ਜਾਣੀ ਕੋਈ ਨਹੀਂ। ਜਦੋਂ ਉਹਦੇ ਅਰਥ ਹੀ ਨਹੀਂ ਸਾਨੂੰ ਪਤਾ ਬਾਣੀ ਚੱਲ ਰਹੀ ਹੈ, ਤੇ ਫਿਰ ਸੁਰਤ ਨੇ ਤਾਂ ਖੇਡਣਾ ਹੀ ਖੇਡਣਾ ਹੈ। ਕਿਤੇ ਪ੍ਰੈਕਟੀਕਲ ਅਭਿਆਸ ਕਰਕੇ ਵੇਖਿਓ ਕਿ ਜਿਹੜੀ ਪੰਕਤੀ ਦੇ ਸ਼ਬਦ ਦੇ ਅਰਥ ਤੁਹਾਨੂੰ ਪੌੜੀ ਦੇ ਅਰਥ ਪਤਾ ਹੈ, ਜਿਸ ਸ਼ਲੋਕ ਦੇ ਅਸ਼ਟਪਦੀ ਦੇ ਅਰਥ ਪਤਾ ਹੈ, ਉੱਥੇ ਤੁਹਾਡੀ ਸੁਰਤ ਨਹੀਂ ਹਿੱਲੇਗੀ। ਇੱਕ ਪਾਸੇ ਪੜ੍ਹ ਰਹੇ ਹੋ, ਇੱਕ ਪਾਸੇ ਨਾਲ ਦਿਮਾਗ ਵਿੱਚ ਅਰਥ ਚੱਲ ਰਿਹਾ ਵੀ ਆਹ ਗੁਰਬਾਣੀ ਦੀ ਪੰਕਤੀ ਇਹ ਅਰਥ ਕਰ ਰਹੀ ਹੈ, ਸੁਰਤ ਕਿਤੇ ਜਾਏਗੀ ਨਹੀਂ, ਧਿਆਨ ਕਿਤੇ ਨਹੀਂ ਜਾਏਗਾ। ਹਾਂ, ਜਦੋਂ ਕੱਲਾ ਹੀ ਬਾਣੀ ਪੜ੍ਹ ਰਹੇ ਹੋ ਫਿਰ ਤਾਂ ਧਿਆਨ ਖਿੰਡੇਗਾ, ਸੁਰਤ ਹੋਰ ਪਾਸੇ ਜਾਏਗੀ, ਕਿਉਂਕਿ ਜੋ ਪੜ੍ਹ ਰਹੇ ਹਾਂ ਉਹ ਸਮਝ ਨਹੀਂ ਰਹੇ ਹਾਂ ਅਸੀਂ। ਇਸ ਲਈ ਮਹਾਰਾਜ ਕਹਿੰਦੇ ਪੰਜਵਾਂ ਸਰੋਤਾ ਉਹ ਹੈ ਜਿਹੜਾ ਸ਼ਬਦ ਅਰਥ ਕੋ ਚੀਨਾ, ਸ਼ਬਦ ਦੇ ਅਰਥ ਨੂੰ ਸਮਝਣ ਵਾਲਾ ਹੋਵੇ। ਤਾਤ ਪਰਜ ਸਮਝਤ ਪ੍ਰਵੀਨਾ। ਕਹਿੰਦੇ ਜਿਹੜਾ ਸਮਝੇਗਾ ਫਿਰ ਉਹਦੇ ਅੰਦਰ ਕਹਿੰਦੇ ਨੇ ਮਤ ਜਿਹੜੀ ਹੈ ਉਹਦੇ ਵਿੱਚ ਜਾਗਰਤਾ ਆਏਗੀ, ਉਹਦੀ ਸੁਰਤ ਵਿੱਚ ਜਾਗਰਤਾ ਆਏਗੀ, ਜਿਹੜਾ ਸ਼ਬਦ ਦੇ ਅਰਥ ਨੂੰ ਸਮਝ ਕੇ ਚੱਲੇਗਾ। ਸੋ ਸਭ ਹਨ ਕੇ ਲਖੋ ਮਹਾਨਾ। ਸਾਰੇ ਕਹਿੰਦੇ ਪੰਜਾਂ ਸਰੋਤਿਆਂ ਵਿੱਚੋਂ ਮਹਾਨ ਕਿਹੜਾ ਹੈ? ਉਹ ਹੈ ਜਿਹੜਾ ਸ਼ਬਦ ਵੀ ਸੁਣ ਰਿਹਾ, ਸੁਰ ਦਾ ਵੀ ਗਿਆਨ, ਤਾਲ ਦਾ ਵੀ ਗਿਆਨ, ਰਾਗ ਦਾ ਵੀ ਗਿਆਨ, ਔਰ ਇਹਦੇ ਨਾਲ ਸ਼ਬਦ ਦੇ ਅਰਥ ਦਾ ਵੀ ਗਿਆਨ। ਸਾਹਿਬ ਜੀ ਕਹਿੰਦੇ ਉਹ ਮਹਾਨ ਹੈ ਫਿਰ, ਜਿਹਦੇ ਵਿੱਚ ਇਹ 5 ਗੁਣ ਨੇ, ਤੇ ਪੰਜਵਾਂ ਸਭ ਤੋਂ ਵੱਡਾ ਸ਼ਬਦ ਦੇ ਅਰਥ ਨੂੰ ਸਮਝਣਾ। ਸਭ ਹਨ ਤੇ ਲਖੋ ਮਹਾਨਾ, ਇਹ ਅਰਥ ਨੂੰ ਸਮਝਣ ਵਾਲਾ ਸਰੋਤਾ ਬਹੁਤ ਮਹਾਨ ਹੁੰਦਾ ਹੈ। ਅਰਥ ਸਮਝ ਕੇ ਗੁਰ ਤਸੁਜਾਨਾ। ਕਿਉਂਕਿ ਉਹ ਅਰਥ ਨੂੰ ਸਮਝ ਕੇ ਫਿਰ ਉਹਨੂੰ ਵਿਚਾਰਦਾ ਕਿ ਮੈਂ ਆਪਣੀ ਜ਼ਿੰਦਗੀ ਜਿਹੜੀ ਆ ਇਹ ਕਿਸ ਤਰ੍ਹਾਂ ਦੀ ਬਣਾ ਲਈ, ਤੇ ਗੁਰੂ ਦਾ ਸ਼ਬਦ ਜਿਹੜਾ ਅਰਥ ਸਮਝਾ ਰਹੇ ਨੇ ਮੈਨੂੰ ਉਹ ਕਿਸ ਤਰ੍ਹਾਂ ਦਾ ਹੈ। ਫਿਰ ਉਹਦੇ ਨਾਲ ਅਸੀਂ ਆਪਣੇ ਜੀਵਨ ਦੀ ਤੁਲਨਾ ਕਰਾਂਗੇ ਵੀ ਮੈਂ ਕਿੱਥੇ ਖਲੋਤਾ ਤੇ ਗੁਰੂ ਦਾ ਸ਼ਬਦ ਮੈਨੂੰ ਕਿੱਥੇ ਲੈ ਜਾਣਾ ਚਾਹੁੰਦਾ ਹੈ। ਮੈਂ ਕਿਹੜੇ ਹਰਕਤਾਂ ਕਰ ਰਿਹਾ ਤੇ ਗੁਰੂ ਸਾਹਿਬ ਜੀ ਮੈਨੂੰ ਇਨਸਾਨੀਅਤ ਵਿੱਚ ਕਿਹੜੇ ਗੁਣ, ਮੇਰੇ ਅੰਦਰ ਕਿਹੜੇ ਅਵਗੁਣ ਨੇ। ਜਦੋਂ ਅਰਥ ਅਸੀਂ ਸਮਝਾਂਗੇ ਨਾ ਸ਼ਬਦ ਦੇ, ਸਾਨੂੰ ਆਪਣਾ ਹੀ ਜੀਵਨ ਅੰਦਰੋਂ ਨਜ਼ਰ ਆਏਗਾ, ਫਿਰ ਉਹਦੇ ਵਿੱਚ ਬਦਲਾਅ ਆਏਗਾ, ਉਹਦੇ ਵਿੱਚ ਤਬਦੀਲੀ ਆਏਗੀ। ਇੱਕ ਦਿਨ ਇਹ ਵੀ ਬੇਨਤੀ ਕੀਤੀ ਸੀ ਕਿ ਐਸੇ 20 ਸੱਜਣ ਮਿਲਦੇ ਆ ਜਿਹੜੇ ਕਹਿੰਦੇ ਜੀ ਸਾਨੂੰ 30 ਸਾਲ 20 ਸਾਲ 25 ਸਾਲ ਹੋ ਗਏ ਗੁਰਬਾਣੀ ਪੜ੍ਹਦੇ ਆ। 30 ਸਾਲ ਥੋੜੇ ਨਹੀਂ ਹੁੰਦੇ, 30 ਸਾਲਾਂ ਤੋਂ ਅਸੀਂ ਰੋਜ਼ਾਨਾ ਲਗਾਤਾਰ ਬਾਣੀ ਪੜ੍ਹ ਰਹੇ ਹਾਂ, ਤੇ ਜਦੋਂ ਉਹਨਾਂ ਦੇ ਜੀਵਨ 'ਚ ਵੇਖਿਆ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਭਰਿਆ ਪਿਆ, ਤੇ 30 ਸਾਲਾਂ 'ਚ ਜਿਹੜੀ ਬਾਣੀ ਪੜ੍ਹੀ ਸੀ ਉਹਦਾ ਇੱਕ ਕਿਣਕਾ ਵੀ ਅੰਦਰ ਨਾ ਗਿਆ, ਇੱਕ ਪੰਕਤੀ ਵੀ ਅੰਦਰ ਨਾ ਗਈ। ਕਿਉਂਕਿ ਕਿਣਕਾ ਇੱਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ ਗਨੀ ਨਾ ਆਵੇ, ਇੱਕ ਕਿਣਕਾ ਅੰਦਰ ਜਾਂਦਾ ਤੇ ਅੰਦਰ ਇਹ ਕਾਮੀ, ਕ੍ਰੋਧੀ, ਲੋਭੀ, ਹੰਕਾਰੀ, ਵਿਕਾਰੀ ਰਹਿਣੀ ਕੋਈ ਨਹੀਂ ਸੀ। ਜੇ ਇੰਨੇ ਸਾਲ ਪਾਠ ਕਰਕੇ ਵੀ ਅੰਦਰ ਵਿਕਾਰੀ ਹੈ ਤੇ ਫਿਰ ਪਾਠ ਕਰਨ ਦਾ ਅਸਰ ਕੀ ਹੋਇਆ? ਕਿ ਗੁਰਬਾਣੀ ਸਾਨੂੰ ਅੰਦਰੋਂ ਵਿਕਾਰੀ ਰਹਿਣ ਦਿੰਦੀ ਹੈ? ਨਹੀਂ ਰਹਿਣ ਦਿੰਦੀ, ਵਿਕਾਰ ਤਾਂ ਕੱਢਦੀ ਹੈ ਗੁਰਬਾਣੀ। ਗੁਰਬਾਣੀ ਸਾਡੇ ਅੰਦਰੋਂ ਬੁਰਾਈਆਂ ਤਾਂ ਖਤਮ ਕਰਦੀ ਹੈ। ਫਿਰ ਇੰਨੇ ਸਾਲ ਪਾਠ ਕਰਕੇ ਬੁਰਾਈਆਂ ਕਿਉਂ ਨਹੀਂ ਖਤਮ ਹੋਈਆਂ? ਕਿਉਂਕਿ ਮੈਂ ਅਰਥ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਵੀ ਗੁਰਬਾਣੀ ਮੈਨੂੰ ਕੀ ਸਮਝਾ ਰਹੀ ਹੈ ਉਹਨੂੰ ਸਮਝਣ ਦਾ ਯਤਨ ਹੀ ਕੋਈ ਨਹੀਂ ਕੀਤਾ। ਇਸ ਲਈ ਸਤਿਗੁਰੂ ਜੀ ਨੇ ਆਖਿਆ, ਕਹਿਣ ਲੱਗੇ ਅਰਥ ਸਮਝ ਕੇ ਗੁਣਤ ਸੁਜਾਨਾ, ਉਹ ਸੁਜਾਣਾ ਸਿਆਣਾ ਹੋ ਜਾਂਦਾ ਹੈ। ਜਿਹੜਾ ਪਾਠ ਕਰਦਾ ਹੈ, ਸ਼ਬਦ ਸੁਣਦਾ ਹੈ, ਉਹਨੂੰ ਵਿਚਾਰਦਾ ਹੈ, ਉਹਦੇ ਅਰਥ ਸਮਝਦਾ ਹੈ ਤੇ ਉਹਨੂੰ ਫਿਰ ਆਪਣੇ ਅੰਦਰ ਗਿਣਤੀ ਕਰਦਾ ਹੈ, ਭਾਵ ਉਹਦੀ ਅੰਦਰੋਂ ਵਿਚਾਰ ਕਰਦਾ ਹੈ, ਤੇ ਜਦੋਂ ਵਿਚਾਰ ਕੇ ਆਪਣੇ ਅੰਦਰੋਂ ਬੁਰਾਈ ਖਤਮ ਕਰਦਾ ਹੈ, ਇੱਕ ਦਿਨ ਉਹ ਅਰਥ ਨੂੰ ਸਮਝਣ ਵਾਲਾ ਸੁਜਾਨ ਸਿਆਣਾ ਹੋ ਜਾਂਦਾ ਹੈ। ਜਾਂ ਤੇ ਉਹ ਸਭ ਵਿਖੇ ਵਡੇਰੇ। ਇਸ ਲਈ ਸਾਰਿਆਂ ਨਾਲੋਂ ਵਡੇਰਾ ਕੌਣ ਹੈ? ਜਿਹਨੇ ਸ਼ਬਦ ਨੂੰ ਸੁਣ ਕੇ ਉਹਦੇ ਅਰਥ ਨੂੰ ਜਾਣਨਾ ਕੀਤਾ ਔਰ ਉਸ ਅਰਥ ਦੇ ਮੁਤਾਬਕ ਆਪਣੇ ਜੀਵਨ ਨੂੰ ਉਸ ਤਰੀਕੇ ਨਾਲ ਢਾਲ ਲਿਆ। ਸਮਝ ਅਰਥ ਸੁਖ ਪਾਏ ਕਨੇਰੇ। ਕਿਉਂਕਿ ਅਰਥ ਸਮਝਣਗੇ ਤਾਂ ਸੁੱਖ ਮਿਲਣਾ ਹੈ, ਅਰਥ ਸਮਝ ਵਿੱਚ ਆਏਗਾ ਤਾਂ ਹੀ ਕਹਿੰਦੇ ਨੇ ਸੁੱਖ ਦੀ ਪ੍ਰਾਪਤੀ ਜਿਹੜੀ ਹੈ। ਹੁਣ ਸੱਚ ਤੇ ਕੱਚ ਦਾ ਪਤਾ ਹੀ ਉਦੋਂ ਲੱਗਣਾ ਹੈ।
ਜ਼ਹਿਰ ਤੇ ਅੰਮ੍ਰਿਤ ਦਾ ਪਤਾ ਹੀ ਉਦੋਂ ਲੱਗਣਾ ਹੈ ਜਦੋਂ ਸਾਨੂੰ ਸੋਝੀ ਹੋਏਗੀ। ਹੁਣ ਆਹ ਪਿੱਤਲ ਹੈ ਤੇ ਸੋਨਾ ਦੇਖਣ ਨੂੰ ਤੇ ਦੋਵੇਂ ਇੱਕੋ ਜਿਹੇ ਲੱਗਦੇ ਆ, ਪਰ ਜੇ ਸਮਝ ਹੋਏਗੀ ਤਾਂ ਹੀ ਕਹਿ ਸਕਾਂਗੇ ਵੀ ਆਹ ਪਿੱਤਲ ਹੈ ਤੇ ਇਹ ਸੋਨਾ ਹੈ। ਜੇ ਸਮਝ ਹੋਏਗੀ ਕੱਚ ਤੇ ਹੀਰੇ ਦੀ ਸਮਝ ਹੋਏਗੀ ਤਾਂ ਹੀ ਅਸੀਂ ਕਹਿ ਸਕਦੇ ਹਾਂ ਇਹ ਕੱਚ ਹੈ ਹੀਰਾ, ਦੇਖਣ ਨੂੰ ਤੇ ਦੋਵੇਂ ਇੱਕੋ ਜਿਹੇ ਲੱਗਦੇ ਆ। ਇਸ ਲਈ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਬ੍ਰਹਮ ਗਿਆਨੀ ਦਾ ਲੱਛਣ ਦੱਸਿਆ, ਪਰ ਜੇ ਉਹਦੇ ਅਰਥ ਪਤਾ ਹੋਣਗੇ, ਸਾਡੇ ਸਾਹਮਣੇ ਕੋਈ ਆ ਕੇ ਕਹੇ ਮੈਂ ਬ੍ਰਹਮ ਗਿਆਨੀ ਆ ਤੇ ਤੁਸੀਂ ਕਹੋ ਖਲੋ ਜਾ, ਮੈਨੂੰ ਜਿਹੜੇ ਅਰਥ ਗੁਰਬਾਣੀ ਵਿੱਚ ਸਮਝਾਇਆ ਪਹਿਲਾਂ ਮੈਂ ਤੇਰੇ ਤੇ ਢੁਕਾ ਕੇ ਵੇਖਣੇ ਆ ਕਿ ਜਿਹੜੇ ਬ੍ਰਹਮ ਗਿਆਨੀ ਦੇ ਅਰਥ ਮੈਨੂੰ ਸਮਝਾਇਆ ਮੈਂ ਤੇਰੇ ਤੇ ਦੇਖਣੇ ਆ। ਜੇ ਤਾਂ ਤੂੰ ਖਰਾਬ ਉਤਰਿਆ ਤੇ ਤਾਂ ਤੂੰ ਬ੍ਰਹਮ ਗਿਆਨੀ ਆ, ਤੇ ਜੇ ਖਰਾ ਨਾ ਉਤਰਿਆ ਫਿਰ ਸੱਜਣਾ ਤੂੰ ਧੋਖਾ ਦੇਣਾ ਹੈ ਮੈਨੂੰ। ਪਰ ਜੋ ਆਪਾਂ ਪੜ੍ਹੇ ਹੋਣਗੇ ਤਾਂ ਹੀ ਹੈ ਨਾ, ਮਨ ਸਾਜਾ ਮੁਖ ਸਾਚਾ ਸੋਏ ਅਵਰ ਨਾ ਵੇਖਿਆ ਏਕਸ ਬਿਨ ਕੋਏ ਨਾਨਕ, ਇਹ ਲੱਛਣ ਬ੍ਰਹਮ ਗਿਆਨੀ ਹੋਏ। ਹੁਣ ਇੱਥੇ ਤੁਸੀਂ ਕਹੋ ਵੀ ਗਿਆਨੀ ਜੀ ਬੈਠੇ ਆ ਗਿਆਨ ਦੀਆਂ ਗੱਲਾਂ ਕਰ ਰਹੇ ਆ ਤੇ ਮੈਂ ਤੁਹਾਨੂੰ ਡਰਾਈ ਜਾਵਾਂ, ਤੁਹਾਨੂੰ ਜੰਮ ਦਾ ਡਰਾਈ ਦੇਵਾਂ, ਨਰਕ ਦਾ ਤੁਹਾਨੂੰ ਮੈਂ ਨਰਕ ਦੀ ਅੱਗ ਵਿੱਚ ਸੜਨਾ ਪਏਗਾ, ਤੁਸੀਂ ਦਾਨ ਨਾ ਕੀਤਾ, ਆਹ ਨਾ ਕੀਤਾ, ਉਹ ਨਾ ਕੀਤਾ, ਮਰਨ ਤੋਂ ਬਾਅਦ ਤੁਸੀਂ ਉਹਦੇ ਕੱਪੜੇ ਦਾਨ ਨਾ ਕੀਤੇ, ਉਹਦਾ ਪਿੰਡ ਦਾਨ ਨਾ ਕੀਤਾ, ਮੈਂ ਤੁਹਾਨੂੰ ਡਰਾਈ ਜਾਵਾਂ, ਤੁਹਾਨੂੰ ਭੈ ਵਿੱਚ ਰੱਖਾਂ, ਤੇ ਫਿਰ ਤੁਸੀਂ ਕਹੋ ਵੀ ਖਲੋ ਜਾ ਮੈਂ ਪਹਿਲਾਂ ਗਿਆਨੀ ਦੇ ਅਰਥ ਗੁਰੂ ਸਾਹਿਬ ਨੂੰ ਪੁੱਛ ਲਵਾਂ ਇਹ ਗਿਆਨੀ ਕਿਹਨੂੰ ਕਹਿੰਦੇ ਆ। ਤੇ ਜਦੋਂ ਤੁਸੀਂ ਪੜੋਗੇ ਭੈ ਕਾਹੂ ਗੋ ਦੇ ਤਨਹਿ ਨ ਭੈ ਮਾਨਤ ਆਨ ਕਹੂ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ, ਤੇ ਤੁਸੀਂ ਕੀ ਕਹੋਗੇ? ਤੁਸੀਂ ਕਹੋਗੇ ਤੂੰ ਗਿਆਨੀ ਨਹੀਂ ਹੋ ਸਕਦਾ, ਤੂੰ ਤੇ ਭੈ ਦੇਈ ਜਾਣਾ, ਤੂੰ ਤੇ ਡਰਾਵਾ ਦੇਈ ਜਾਣਾ। ਪਰ ਗੁਰੂ ਤੇਗ ਬਹਾਦਰ ਸਾਹਿਬ ਤਾਂ ਕਹਿੰਦੇ ਗਿਆਨੀ ਦਾ ਲੱਛਣ ਹੀ ਹੁੰਦਾ। ਹੁਣ ਕੋਈ ਧਰਮ ਦੇ ਚਿੰਨ੍ਹ ਬਣਾ ਕੇ ਆਖੇ ਮੈਂ ਪੰਡਤ ਹਾਂ, ਤੇ ਫਿਰ ਗੁਰੂ ਸਾਹਿਬ ਕਹਿੰਦੇ ਫਿਰ ਤੁਸੀਂ ਕਹੋ ਵੀ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਮੈਨੂੰ ਇਹਦੇ ਦੱਸੋ ਵੀ ਇਹਦੀ ਨਿਸ਼ਾਨੀ ਕੀ ਹੈ। ਸਾਹਿਬ ਕਹਿੰਦੇ ਸੋ ਪੰਡਤ ਜੋ ਮਨ ਪਰ ਹੋਦਾ ਰਾਮ ਨਾਮ ਆਤਮ ਮੈਂ ਸੋਦਾ। ਜੇ ਅਰਥ ਪਤਾ ਹੋਣਗੇ ਤੇ ਤੁਸੀਂ ਕਹਿ ਸਕਦੇ ਹੋ ਵੀ ਇਹ ਹੀਰਾ ਨਹੀਂ ਇਹ ਕੱਚ ਹੈ। ਜੇ ਤੁਸੀਂ ਬਾਣੀ ਸਮਝੀ ਹੋਏਗੀ ਤੇ ਤੁਹਾਨੂੰ ਪਤਾ ਹੋਏਗਾ ਵੀ ਇਹ ਕੱਚੀ ਬਾਣੀ ਹੈ, ਇਹ ਸੱਚੀ ਬਾਣੀ ਹੈ। ਤੇ ਜੇ ਅਰਥ ਨਾ ਪਤਾ ਹੋਏ ਤੇ ਫਿਰ ਅਸੀਂ ਕੱਚੀ ਬਾਣੀ ਨੂੰ ਵੀ ਸੱਚੀ ਸਮਝ ਕੇ ਪੜ੍ਹੀ ਜਾਵਾਂਗੇ। ਇਹ ਜ਼ਰੂਰੀ ਹੈ, ਅਰਥ ਸਮਝ ਵਿੱਚ ਆਉਣੇ ਸਾਨੂੰ ਬਹੁਤ ਜ਼ਰੂਰੀ ਨੇ। ਗੁਰੂ ਸਾਹਿਬ ਮਹਾਰਾਜ ਨੇ ਕੀ ਆਖਿਆ? ਕਹਿਣ ਲੱਗੇ ਸਮਝ ਅਰਥ ਸੁਖ ਪਾਏ ਘਨੇਰੇ, ਜਿਹੜਾ ਅਰਥ ਨੂੰ ਸਮਝ ਲਏਗਾ ਉਹ ਘਨੇਰਾ ਸੁਖ ਜਿਹੜਾ ਉਹ ਪਾ ਲੈਂਦਾ ਹੈ, ਕਿਉਂਕਿ ਉਹ ਕਿਸੇ ਵਹਿਮ ਦਾ ਸ਼ਿਕਾਰ ਨਹੀਂ ਹੁੰਦਾ, ਉਹ ਕਿਸੇ ਭਰਮ ਦੇ ਵਿੱਚ ਨਹੀਂ ਪੈਂਦਾ, ਉਹ ਕਿਸੇ ਦੇ ਮਗਰ ਨਹੀਂ ਲੱਗ ਕੇ ਭਟਕ ਜਾਂਦਾ, ਕਿਉਂਕਿ ਉਹਨੂੰ ਗਿਆਨ ਹੈ। ਅਰਥ ਕੀ ਹੈ? ਗਿਆਨ ਦਿੰਦੇ ਆ, ਸੋਝੀ ਦਿੰਦੇ ਆ, ਸਮਝ ਦਿੰਦੇ ਨੇ। ਕਹਿੰਦੇ ਅਸਲ ਵਿੱਚ ਜਿਹਨੇ ਅਰਥ ਸਮਝ ਲਏ ਉਹ ਘਨੇਰਾ ਸੁਖ ਪਾਉਂਦਾ ਹੈ। ਪ੍ਰੇਮ ਭਗਤ ਮੈਂ ਨਿਤ ਮਨ ਲੀਨਾ, ਪ੍ਰੇਮਾ ਭਗਤੀ ਦੇ ਵਿੱਚ ਮਨ ਲੀਨ ਹੋ ਜਾਂਦਾ ਹੈ। ਜਦੋਂ ਅਸੀਂ ਸ਼ਬਦ ਸੁਣ ਰਹੇ ਹਾਂ ਜਾਂ ਪੜ੍ਹ ਰਹੇ ਹਾਂ, ਜੇ ਉਹਦੇ ਅਰਥ ਸਮਝਾਂਗੇ ਤਾਂ ਫਿਰ ਭਗਤੀ ਵਿੱਚ ਮਨ ਲੀਨ ਹੋਵੇਗਾ। ਚਿਰੰਜੀਵ ਕੋ ਖਤਿਕ ਪਰਬੀਨਾ, ਔਰ ਜਿਹੜਾ ਸਾਡਾ ਮਾਨਸਿਕ ਮੰਡਲ ਹੈ ਨਾ, ਫਿਰ ਸਾਡੀ ਜ਼ਮੀਰ ਨਹੀਂ ਕਦੇ ਮਰੇਗੀ। ਚਰਨਜੀਵ ਦਾ ਅਰਥ ਹੁੰਦਾ ਫਿਰ ਤੁਸੀਂ ਲੰਮੇ ਸਮੇਂ ਤੱਕ ਇਨਸਾਨੀਅਤ ਵਿੱਚ ਜੀ ਸਕਦੇ ਹੋ, ਫਿਰ ਤੁਹਾਡੀ ਇਨਸਾਨੀਅਤ ਨਹੀਂ ਮਰੇਗੀ। ਹੁਣ ਅਸੀਂ ਸਰੀਰ ਕਰਕੇ ਤਾਂ ਇਨਸਾਨ ਆ, ਪਰ ਜ਼ਮੀਰ ਕਰਕੇ ਮਰੇ ਹੋਏ ਆ। ਅਸੀਂ ਇਨਸਾਨ ਤਾਂ ਤੁਰੇ ਫਿਰਦੇ ਆ, ਪਰ ਇਨਸਾਨੀਅਤ ਅੰਦਰ ਮਰ ਚੁੱਕੀ ਹੈ। ਪਰ ਮਹਾਰਾਜ ਜੀ ਕਹਿੰਦੇ ਨੇ ਜਿਹਨਾਂ ਅੰਦਰ ਅਰਥ ਨੂੰ ਸਮਝ ਕੇ ਭਗਤੀ ਵਿੱਚ ਲੀਨ ਹੋ ਗਿਆ ਉਹ ਚਰਨਜੀਵ, ਉਹ ਫਿਰ ਲੰਮੇ ਸਮੇਂ ਤੱਕ ਇਨਸਾਨੀਅਤ ਤਲ ਤੇ ਜਿਉਂਦਾ ਹੈ, ਉਹਦੀ ਇਨਸਾਨੀਅਤ ਅੰਦਰੋਂ ਮਰਦੀ ਨਹੀਂ ਹੈ। ਅਰਥ ਵਿਚਾਰੇ ਜੋ ਹਿਤ ਲਾਏ, ਜਿਹੜਾ ਹਿੱਤ ਲਾ ਕੇ ਪਿਆਰ ਨਾਲ ਪ੍ਰੇਮ ਨਾਲ ਭਿੱਜ ਕੇ ਅਰਥ ਸਮਝਦਾ ਹੈ, ਸੋ ਸੋ ਤਾਰ ਰਸ ਸੋ ਤੇ ਬਤਾਏ, ਉਹ ਸਰੋਤਾ ਫਿਰ ਰਸ ਪੀ ਕੇ ਤ੍ਰਿਪਤ ਹੋ ਜਾਂਦਾ ਹੈ। ਉਹਦੇ ਅੰਦਰ ਤ੍ਰਿਪਤੀ ਸਬਰ ਆ ਜਾਂਦਾ ਹੈ, ਉਹਦੇ ਅੰਦਰ ਸੰਤੋਖ ਆ ਜਾਂਦਾ ਹੈ। ਅਸਲ ਵਿੱਚ ਅਰਥ ਕੀ ਹੈ? ਇਹ ਰਸ ਦਿੰਦਾ ਸਾਨੂੰ, ਤੇ ਰਸ ਹੀ ਤੇ ਆਪਾਂ ਪੀਣਾ, ਕੱਲੇ ਅੱਖਰ ਥੋੜੀ ਨੇ। ਅਸੀਂ ਉਹਦੇ ਵਿੱਚ ਜਿਹੜਾ ਰਸ ਹੈ ਉਹ ਰਸ ਪੀਣਾ ਹੈ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਸਦਾ ਚਿਰ ਜੀਵੋ ਕਿਹਨੂੰ ਕਿਹਾ? ਸਰੀਰ ਨੂੰ ਥੋੜੀ, ਸਰੀਰ ਤਾਂ ਲਿਮਟ ਵਿੱਚ ਹੈ। ਇਹਦੀ ਤਾਂ ਲਿਮਟ ਇੱਕ ਦਿਨ ਖਤਮ ਹੱਦ ਖਤਮ ਹੋ ਜਾਣੀ ਹੈ, ਸਰੀਰ ਇੱਕ ਦਿਨ ਡੈਡ ਹੋ ਜਾਏਗਾ, ਮੁਰਦਾ ਹੋ ਜਾਏਗਾ। ਪਰ ਸਾਹਿਬ ਕਹਿੰਦੇ ਨਹੀਂ, ਸਦਾ ਚਿਰ ਜੀਵੋ ਹੈ ਆਤਮਿਕ ਤਲ ਤੇ, ਇਨਸਾਨੀਅਤ ਦੇ ਤਲ ਤੇ। ਤੁਹਾਡੀ ਅੰਦਰੋਂ ਜ਼ਮੀਰ ਜਾਗੇਗੀ, ਤੁਸੀਂ ਅੰਦਰੋਂ ਸਦਾ ਲਈ ਜੀ ਸਕਦੇ ਹੋ। ਪਰ ਉਹ ਕਦੋਂ ਜੀਓਗੇ? ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਜਦੋਂ ਗੁਰਬਾਣੀ ਚ ਜਿਹੜਾ ਅੰਮ੍ਰਿਤ ਰਸ ਹੈ ਉਹ ਪੀਣਾ ਪੈਣਾ ਤੁਹਾਨੂੰ। ਪਰ ਉਹ ਰਸ ਤਾਂ ਪੀਵਾਂਗੇ ਜੇ ਸਾਨੂੰ ਸ਼ਬਦ ਦੇ ਅਰਥ ਸਮਝ ਵਿੱਚ ਆ ਜਾਣਗੇ। ਹੁਣ ਕੀ ਹੁੰਦਾ ਹੈ ਜੇ ਸਾਹਮਣੇ ਵਾਲੇ ਨੂੰ ਅਰਥ ਸਮਝ ਵਿੱਚ ਨਹੀਂ ਤਾਂ ਮੇਰੇ ਮਨ ਵਿੱਚ ਖੋਟ ਬੇਈਮਾਨੀ ਆ ਜਾਣੀ ਆ ਵੀ ਇਹਨੂੰ ਪਤਾ ਤੇ ਹੈ ਨਹੀਂ ਅਰਥ ਕੀ, ਮੈਂ ਆਪਣੇ ਤਰੀਕੇ ਨਾਲ ਇਹਨੂੰ ਦੱਸ ਦੇਵਾਂ, ਉਹਦੇ ਨਾਲ ਕੀ ਹੋਏਗਾ? ਮੇਰੀ ਜੇਬ ਭਰ ਜਾਏਗੀ। ਪੁਰਾਤਨ ਸਮੇਂ ਦੇ ਵਿੱਚ ਕਿਉਂ ਜਿਹੜੀਆਂ ਜਾਤਾਂ ਵਿੱਚ ਵੰਡਿਆ ਗਿਆ ਸੀ ਨਾ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼, ਤੇ ਸ਼ੂਦਰ ਵੈਸ਼ ਜਿਹੜੇ ਸੀ ਇਹਨਾਂ ਨੂੰ ਕਿਉਂ ਨਹੀਂ ਸੀ ਇਜਾਜ਼ਤ ਧਰਮ ਗ੍ਰੰਥ ਸੁਣਨ ਪੜਨ ਦੀ? ਕਿਉਂਕਿ ਪਤਾ ਸੀ ਜੇ ਇਹਨਾਂ ਨੂੰ ਸੋਝੀ ਆ ਗਈ ਤਾਂ ਫਿਰ ਸਾਡਾ ਖਜ਼ਾਨਾ ਕੌਣ ਭਰੇਗਾ। ਇਹ ਫਿਰ ਕੀ ਕਰਦੇ ਸੀ? ਇਹਨਾਂ ਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿੰਦੇ ਸੀ ਤਾਂ ਕਿ ਕੋਈ ਦੂਜਾ ਹਿੰਮਤ ਹੀ ਕਰੇ ਨਾ ਸਮਝਣ ਦੀ। ਪਰ ਗੁਰੂ ਮਹਾਰਾਜ ਜੀ ਕਹਿੰਦੇ ਨਹੀਂ, ਤੁਸੀਂ ਆਪ ਵੀ ਜੁੜੋ ਤੇ ਦੂਜਿਆਂ ਨੂੰ ਵੀ ਜੁੜੋ। ਹਰ ਕਾ ਨਾਮ ਤੇ ਆਏ ਸੁਣ ਸਭਨਾਂ ਨੂੰ ਕਰਦਾਨ, ਕਿਉਂਕਿ ਦਾਤਾ ਮਾਲਕ ਨੇ ਦੇਣੀਆਂ ਨੇ। ਮਨੁੱਖ ਕੀ ਟੇਕ ਵਰਤੀ ਸਭ ਜਾਨ ਦੇਵਨ ਕਹੋ, ਇੱਕ ਹੈ ਭਗਵਾਨ, ਦੇਣ ਵਾਲਾ ਦਾਤਾ ਤੇ ਉਹ ਹੈ। ਪਰ ਮਨ ਵਿੱਚ ਬੇਈਮਾਨੀ ਆ ਗਈ ਤੇ ਮੈਂ ਆਖਾਂ ਨਹੀਂ ਇਹਨੂੰ ਅਰਥ ਸਹੀ ਦੱਸ ਦਿੱਤੇ ਤੇ ਮੁੜ ਕੇ ਮੇਰੀ ਗੱਲ ਨਹੀਂ ਬਣਨੀ। ਹੁਣ ਰਾਮ ਰਾਏ ਨੇ ਕੀ ਕੀਤਾ ਸੀ? ਰਾਮ ਰਾਏ ਨੇ ਵੀ ਤੇ ਇਹੀ ਕੀਤਾ ਵੀ ਜੇ ਮੈਂ ਇਹਨੂੰ ਅਰਥ ਸਹੀ ਕਰਕੇ ਦੱਸ ਦਿੱਤੇ ਮਿੱਟੀ ਮੁਸਲਮਾਨ ਕੀ, ਫਿਰ ਇਹਨੇ ਮੈਨੂੰ ਸ਼ਾਹੀ ਖਜ਼ਾਨੇ ਵਿੱਚੋਂ ਖਜ਼ਾਨਾ ਨਹੀਂ ਦੇਣਾ। ਇਹਦੇ ਲਈ ਮੈਂ ਕੀ ਕਰਾਂ? ਮੈਂ ਅਰਥ ਹੀ ਬਦਲ ਦੇਣਾ। ਮੈਂ ਮਿੱਟੀ ਮੁਸਲਮਾਨ ਕੀ ਜਗ੍ਹਾ ਤੇ ਮਿੱਟੀ ਬੇਈਮਾਨ ਕੀ ਕਰਕੇ ਅਰਥ ਕਰ ਦੇਣਾ ਵੀ ਔਰੰਗਜ਼ੇਬ ਉੱਥੇ ਅਰਥ ਬੇਈਮਾਨਾਂ ਲਈ ਕੀਤਾ ਗਿਆ ਹੈ, ਮੁਸਲਮਾਨ ਵਾਸਤੇ ਨਹੀਂ। ਉਹ ਖੁਸ਼ ਹੋ ਗਿਆ, ਉਹਨੇ ਖਜ਼ਾਨੇ ਸ਼ਾਹੀ ਖਜ਼ਾਨੇ ਚੋਂ ਖਜ਼ਾਨਾ ਦੇ ਦਿੱਤਾ ਪਰ ਖੁਸ਼ ਤੇ ਹੋ ਗਿਆ। ਪਰ ਇੱਧਰ ਗੁਰੂ ਸਾਹਿਬ ਤੋਂ ਮੁੱਖ ਮੁੜ ਗਿਆ। ਗੁਰੂ ਹਰਾਏ ਸਾਹਿਬ ਕਹਿੰਦੇ ਰਾਮ ਰਾਏ ਨੂੰ ਕਹਿ ਦਿਓ ਅੱਜ ਤੋਂ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੈ, ਤੇਰਾ ਮੇਰਾ ਕੋਈ ਸੰਬੰਧ ਨਹੀਂ ਹੈ, ਕਿਉਂਕਿ ਤੂੰ ਗੁਰਬਾਣੀ ਦਾ ਅਨਰਥ ਕਰ ਦਿੱਤਾ ਆ ਮਾਇਆ ਦੇ ਚਾਰ ਟਕੀਆਂ ਦੀ ਚਮਕ ਵੇਖ ਕੇ। ਇਸ ਲਈ ਗੁਰੂ ਸਾਹਿਬ ਮਹਾਰਾਜ ਜੀ ਨੇ ਸਮਝਾਇਆ, ਕਹਿੰਦੇ ਜਦੋਂ ਤੁਸੀਂ ਅਰਥ ਸਮਝੋਗੇ ਭਗਤੀ ਦਾ ਜਾਗ ਲੱਗੇਗਾ। ਜਦੋਂ ਭਗਤੀ ਦਾ ਜਾਗ ਲੱਗੇਗਾ ਤੁਹਾਨੂੰ ਰਸ ਮਿਲੇਗਾ। ਜਦੋਂ ਤੁਸੀਂ ਰਸ ਪੀਓਗੇ ਤੇ ਚਿਰੰਜੀਵ ਹੋ ਜਾਓਗੇ, ਤੁਸੀਂ ਸਦਾ ਲਈ ਅੰਦਰੋਂ ਜੀਵਤ ਰਹੋਗੇ, ਤੁਹਾਡੀ ਇਨਸਾਨੀਅਤ ਮਨੁੱਖਤਾ ਖਤਮ ਨਹੀਂ ਹੋਏਗੀ। ਫਿਰ ਸੋ ਸਰੋਤਾ ਰਸ ਸੋ ਤ੍ਰਿਪਤ ਆਏ, ਉਹ ਸਰੋਤਾ ਫਿਰ ਇਹ ਨਾਮ ਦਾ ਰਸ ਪੀ ਕੇ ਤ੍ਰਿਪਤ ਹੋ ਜਾਂਦਾ ਹੈ, ਸੰਤੁਸ਼ਟ ਹੋ ਜਾਂਦਾ ਹੈ। ਉਹਦੇ ਅੰਦਰ ਸਬਰ ਤੇ ਸੰਤੋਖ ਆ ਜਾਂਦਾ ਹੈ, ਉਹਦੇ ਅੰਦਰੋਂ ਤ੍ਰਿਸ਼ਨਾ ਦੀ ਅਗਨੀ ਬੁਝ ਜਾਂਦੀ ਹੈ, ਉਹ ਸਬਰ ਵਿੱਚ ਆ ਜਾਂਦਾ ਹੈ। ਫਿਰ ਉਹ ਸਬਰ ਦੇ ਵਿੱਚ ਰਹਿ ਕੇ ਕਹਿੰਦਾ ਮਾਲਕ ਜੀ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ। ਹੁਣ ਇਹ ਕੌਣ ਕਹੇਗਾ? ਜਿਹਨੇ ਰਸ ਲਿਆ ਹੈ। ਜਿਹੜਾ ਕੇਵਲ ਪੜ ਗੱਡੀ ਲੱਦੀ ਹੈ ਉਹ ਤੇ ਲੱਦ ਰਿਹਾ ਨਾ, ਉਹ ਰਸ ਨਹੀਂ ਲੈ ਰਿਹਾ। ਪਰ ਜਿਹਨੇ ਰਸ ਲਿਆ ਉਹ ਕਹਿੰਦਾ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਉਹ ਤ੍ਰਿਪਤ ਹੋ ਗਿਆ, ਅੰਦਰੋਂ ਸੰਤੁਸ਼ਟ ਹੋ ਗਿਆ ਕਿ ਮਾਲਕ ਜੀ ਜਿਵੇਂ ਤੂੰ ਰੱਖੇਗਾ ਮੈਂ ਬਸ ਸਬਰ ਦੇ ਵਿੱਚ ਤੇਰੇ ਭਾਣੇ ਦੇ ਵਿੱਚ ਰਵਾਂਗਾ। ਇਸ ਲਈ ਮਹਾਰਾਜ ਕਹਿੰਦੇ ਇਹ ਸਰੋਤਾ ਮਹਾਨ ਹੁੰਦਾ ਹੈ। ਔਰ ਜੇ ਸੋਤਾ ਚਾਰ ਪ੍ਰਕਾਰੀ, ਨਾਲ ਹੀ ਮਹਾਰਾਜ ਨੇ ਕਿਹਾ ਵੀ ਹੋਰ ਵੀ ਹੁੰਦੇ ਨੇ ਸਰੋਤੇ। ਜਿੰਨੇ ਵੀ ਧਰਮ ਦੇ ਅਸਥਾਨ ਹੈ ਜ਼ਰੂਰੀ ਨਹੀਂ ਕਿ ਸਾਰੇ ਦੇ ਸਾਰੇ ਸ਼ਬਦ ਦਾ ਰਸ ਲੈਣ ਆ ਰਹੇ ਨੇ, ਜ਼ਰੂਰੀ ਨਹੀਂ ਹੈ ਕਿ ਸਾਰੇ ਪਾਠ ਸੁਣਨ ਆ ਰਹੇ ਆ, ਕਥਾ ਸੁਣਨ ਆ ਰਹੇ, ਕੀਰਤਨ ਸੁਣਨ ਆ ਰਹੇ ਆ। ਮਹਾਰਾਜ ਜੀ ਕਹਿੰਦੇ ਚਾਰ ਪ੍ਰਕਾਰ ਦੇ ਹੋਰ ਵੀ ਸਰੋਤੇ ਹੁੰਦੇ ਹਨ। ਛਿਲਰ ਕੰਨ ਬਕੇ ਹਿਤ ਤਾਰੀ, ਮਾਫ ਕਰਨਾ ਇਹ ਮੈਂ ਨਹੀਂ ਕਹਿ ਰਿਹਾ, ਇਹ ਗੁਰੂ ਨਾਨਕ ਸਾਹਿਬ ਕਹਿ ਰਹੇ ਆ। ਕਹਿੰਦੇ ਉਹ ਜਿਹੜੇ ਚਾਰ ਪ੍ਰਕਾਰ ਇਹਨਾਂ ਤੋਂ ਇਲਾਵਾ ਜਿਹੜੇ ਚਾਰ ਪ੍ਰਕਾਰ ਦੇ ਸਰੋਤੇ ਹੁੰਦੇ ਆ ਨਾ ਉਹ ਰਸ ਨਹੀਂ ਲੈਂਦੇ, ਉਹ ਛਿੱਲੜ ਹੀ ਲੈਂਦੇ ਨੇ ਬਸ।
ਉਹ ਛਿੱਲੜ ਹੀ ਖਾਣ ਆਉਂਦੇ ਨੇ ਤੇ ਛਿੱਲੜ ਹੀ ਖਾ ਕੇ ਚਲੇ ਜਾਂਦੇ ਆ। ਹੁਣ ਫਿਰ ਧਿਆਨ ਲਾ ਕੇ ਸੁਣ ਲਿਓ, ਮਹਾਰਾਜ ਜੀ ਕਹਿੰਦੇ ਇਹਨਾਂ ਤੋਂ ਸਰੋਤਾ ਚਾਰ ਪ੍ਰਕਾਰ ਦੇ ਸਰੋਤੇ ਹੁੰਦੇ ਆ। ਕਹਿੰਦੇ ਛਿੱਲੜ ਖਾਣ ਵਿਖੇ ਹਿੱਤ ਧਾਰੀ, ਉਹ ਕੇਵਲ ਛਿੱਲੜ ਹੀ ਖਾਂਦੇ ਨੇ। ਕਿਸ ਤਰ੍ਹਾਂ? ਉਹਨਾਂ ਨੂੰ ਕੋਈ ਗੁਰਬਾਣੀ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ, ਸ਼ਬਦ ਨਾਲ, ਕਥਾ ਨਾਲ, ਪਾਠ ਨਾਲ, ਅਰਦਾਸ ਨਾਲ, ਹੁਕਮ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ ਹੈ। ਉਹ ਤਾਂ ਬਸ ਆਏ ਆ ਇਹ ਦੇਖਣ ਲਈ ਕਿ ਫਲਾਣੇ ਨੇ ਕਿਹੜੇ ਰੰਗ ਦਾ ਸੂਟ ਪਾਇਆ, ਫਲਾਣੇ ਨੇ ਕਿਹੜੇ ਕੱਪੜੇ ਪਾਇਆ, ਜਾਂ ਫਿਰ ਇੱਕ ਨੁੱਕਰ ਤੇ ਬੈਠ ਕੇ ਕਿਸੇ ਦੀ ਬੁਰਾਈ, ਕਿਸੇ ਦੀ ਨਿੰਦਾ, ਕਿਸੇ ਦੀ ਚੁਗਲੀ ਕਰ ਜਾਣੀ, ਜਾਂ ਫਿਰ ਦੇਖਣਾ ਵੀ ਅੱਜ ਮੈਂ ਕਿਹਦਾ ਪਰਸ ਮਾਰਨਾ ਹੈ, ਕਿਹਦਾ ਮੋਬਾਈਲ ਚੁੱਕਣਾ ਹੈ। ਬਸ ਉਹ ਇਹੋ ਜਿਹਾ ਹੀ ਰਸ ਲੈਂਦੇ ਆ। ਤੇ ਇਹਨਾਂ ਨੂੰ ਮਾਰੇ ਕਹਿੰਦੇ ਇਹ ਛਿੱਲੜ ਖਾਣ ਆਏ ਸੀ ਤੇ ਛਿੱਲੜ ਖਾ ਕੇ ਚਲੇ ਗਏ। ਇਹਨਾਂ ਨੂੰ ਵਿੱਚ ਜਿਹੜਾ ਰਸ ਸੀ ਨਾ, ਉਹਨਾਂ ਨਾਲ ਕੋਈ ਇਹਨਾਂ ਦਾ ਲੈਣ ਦੇਣ ਮਤਲਬ ਨਹੀਂ ਹੈ। ਉਹ ਤਾਂ ਆਏ, ਆਪਣੇ ਛਿੱਲੜ ਚਾਰ ਖਾਦੇ ਤੇ ਚਲੇ ਗਏ। ਉਹ ਛਿੱਲੜ ਖਾ ਕੇ ਉਹ ਫਿਰ ਮਹਾਨ ਨਹੀਂ ਹੋ ਸਕਦੇ। ਇਸ ਲਈ ਗੁਰੂ ਸਾਹਿਬ ਜੀ ਨੇ ਚਾਰਾਂ ਨੂੰ ਹੀ ਇੱਕੋ ਲਾਈਨ ਵਿੱਚ ਲਾ ਕੇ ਕਹਿ ਦਿੱਤਾ ਕਿ ਚਾਰੇ ਦੇ ਚਾਰੇ ਹੀ ਜਿਹੜੇ ਨਿੰਦਾ ਚੁਗਲੀ ਬੁਰਾਈ ਵਿੱਚ ਆਏ ਨੇ ਤੇ ਨਿੰਦਾ ਚੁਗਲੀ ਬੁਰਾਈ ਕਰਕੇ ਚਲੇ ਗਏ। ਸਾਹਿਬ ਕਹਿੰਦੇ ਇਹ ਛਿੱਲੜ ਦੇ ਵਿੱਚ ਖਾਣ ਆਏ ਸਨ, ਇਹਨਾਂ ਨੂੰ ਸ਼ਬਦ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ। ਇਹ ਹੁੰਦਾ ਵੀ ਅੱਜ ਰੁਮਾਲਾ ਸਾਹਿਬ ਜਿਹੜਾ ਸੀ ਇਦਾਂ ਨਹੀਂ ਇਦਾਂ ਲੱਗ ਗਿਆ, ਕਿੰਤੂ ਪਰੰਤੂ ਕਰਨਾ, ਬਸ ਲੈਣਾ ਕੁਛ ਨਹੀਂ, ਕਿੰਤੂ ਪਰੰਤੂ ਕਰਕੇ ਬਸ ਚਲੇ ਜਾਣਾ। ਸਾਹਿਬ ਕਹਿੰਦੇ ਇਹ ਸਿਰਫ ਛਿੱਲੜ ਖਾਣ ਲਈ ਆਉਂਦੇ ਹਨ। ਫੋਕਟ ਕੇ ਰਸ में फंस गए, ਇਹ ਫੋਕਟ ਰਸ ਵਿੱਚ ਫਸ ਗਏ। ਇਹਨਾਂ ਨੂੰ ਨਾਮ ਦਾ ਰਸ ਕਦੇ ਪ੍ਰਾਪਤ ਨਹੀਂ ਹੁੰਦਾ। अंतर रस ने चीनत ਇਹ भये। ਅੰਦਰ ਜਿਹੜਾ ਰਸ ਹੈ ਨਾ, ਹੁਣ ਜਿਹੜਾ ਫਰੂਟ ਹੈ ਉਹਦੇ ਉੱਤੇ ਛਿੱਲੜ ਹੈ, ਅਸੀਂ ਉਹ ਛਿੱਲੜ ਹੀ ਸਮਝ ਕੇ ਖਾ ਲਈਏ ਤੇ ਜਿਹੜਾ ਅੰਦਰ ਰਸ ਸੀ ਇਹਦਾ ਮਤਲਬ ਅਸੀਂ ਨਹੀਂ ਸਮਝਿਆ ਵੀ ਰਸ ਅੰਦਰ ਹੈ। ਇਸ ਤਰ੍ਹਾਂ ਸ਼ਬਦ ਨੂੰ ਜਿਹੜਾ ਨਹੀਂ ਸਮਝੇ ਉਹ ਰਸ ਨਹੀਂ ਲੈ ਪਾਉਂਦੇ ਹਨ। सत संगत को रस तुम चीनो, ਕਹਿੰਦੇ ਇਸ ਲਈ ਜਿਹੜੇ ਸ਼ਬਦ ਦਾ ਰਸ ਲੈਂਦੇ ਆ ਉਹ ਸਤ ਸੰਗਤ ਨੂੰ ਵੀ ਸਮਝਦੇ ਹਨ। बड़ चिरंजीवी पद को लीनो। ਤੇ ਜਿਹੜੇ ਸੰਗਤ ਵਿੱਚ ਆ ਕੇ ਨਾਮ ਦਾ ਰਸ ਲੈਂਦੇ ਨੇ, ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਚਿਰੰਜੀਵ, ਉਹ ਆਤਮਿਕ ਤਲ ਤੇ ਜਿਉਂਦੇ ਨੇ। ਉਹਨਾਂ ਦੀ ਜ਼ਮੀਰ ਜਾਗਦੀ ਹੈ, ਉਹਨਾਂ ਦੀ ਇਨਸਾਨੀਅਤ ਜਾਗਦੀ ਹੈ। ਉਹ ਅਸਲ ਵਿੱਚ ਇਨਸਾਨ ਫਿਰ ਭਗਵਾਨ ਦਾ ਰੂਪ ਹੋ ਜਾਂਦੇ ਆ। ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ, ਉਹ ਹਰੀ ਜਿੱਦਾਂ ਦਾ ਉਦਾਂ ਦੇ ਉਹਦੇ ਜਨ ਚਾਹੀਦੇ ਆ। ਪਰ ਕਦੋਂ? ਜਦੋਂ ਉਹ ਨਾਮ ਦਾ ਰਸ ਲੈਂਦੇ ਹਨ। सुन एवं सुन बिके मर्दाना। ਭਾਈ ਮਰਦਾਨਾ ਜੀ ਨੇ ਵੀ ਕਹਿੰਦੇ ਇਸ ਤਰ੍ਹਾਂ ਦੇ ਬੋਲ ਸੁਣੇ ਤੇ ਕਾਕਪ ਸੁਣ, ਜਿੰਨੇ ਵੀ ਸਾਧੂ ਬੈਠੇ ਆ ਉਹਨਾਂ ਸਾਰਿਆਂ ਨੇ ਸੁਣਿਆ। ਆਪਾਂ ਵੀ ਅੱਜ ਇਤਿਹਾਸ ਵਿੱਚੋਂ ਇਹ ਸਰੋਤਿਆਂ ਦੇ ਗੁਣ ਸੁਣੇ ਆ ਕਿ ਕਿੱਦਾਂ ਕਿੱਦਾਂ ਦੇ ਸਰੋਤੇ ਆ। ਇੱਕ ਉਹ ਨੇ ਜਿਹੜੇ ਕੇਵਲ ਬਾਹਰ ਦਾ ਛਿੱਲੜ ਹੀ ਜਿਹੜਾ ਉਹ ਖਾਣ ਆਉਂਦੇ ਆ। ਇੱਕ ਉਹ ਨੇ ਜਿਹੜੇ ਕਹਿੰਦੇ ਜੀ ਆਸ-ਪਾਸ ਦੀਆਂ ਗੱਲਾਂ ਛੱਡੋ, ਸ਼ਬਦ ਸੁਣ ਲੈਣ ਤੋਂ, ਸ਼ਬਦ ਕੀ ਕਹਿ ਰਿਹਾ ਗੁਰੂ ਸਾਹਿਬ ਦਾ, ਹੁਕਮ ਸੁਣ ਲੈਂਦੇ ਹੋ ਕੀ ਕਹਿ ਰਿਹਾ ਗੁਰੂ ਸਾਹਿਬ ਦਾ ਹੁਕਮ, ਵਿਚਾਰ ਸੁਣ ਲੈਂਦੇ ਹੋ ਕੀ ਕਹਿ ਰਹੀ ਹੈ ਗੁਰੂ ਸਾਹਿਬ ਦੀ ਵਿਚਾਰ। ਉਹ ਰਸ ਲੈਣ ਆਉਂਦੇ ਨੇ ਤੇ ਰਸ ਦਾ ਆਨੰਦ ਲੈ ਕੇ ਫਿਰ ਉਹ ਜਾਂਦੇ ਨੇ। ਅਸੀਂ ਵੀ ਅਰਦਾਸ ਕਰੀਏ ਗੁਰੂ ਪਾਤਸ਼ਾਹ ਸਾਡੇ ਤੇ ਮਿਹਰਮਤ ਕਰੋ। ਜਿਸ ਰਾਹ ਤੁਸੀਂ ਸਾਨੂੰ ਤੋਰਨਾ ਚਾਹੁੰਦੇ ਹੋ ਨਾ, ਤੁਰਿਆ ਕੋਈ ਨਹੀਂ ਜਾਂਦਾ। ਕੋਸ਼ਿਸ਼ ਬੜੀ ਕਰਦੇ ਆ ਪਰ ਕੀ ਕਰੀਏ, ਹਮ ਅੰਦਲੇ ਅੰਦ ਵਿਖਾ ਵਿਖ ਰਾਤੇ ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਕਾਲੀ। ਤੁਸੀਂ ਆਪ ਹੀ ਦਇਆ ਕਰਦੇ ਹੋ ਸਾਡੇ ਤੇ, ਸਾਨੂੰ ਨਾਮ ਦਾ ਰਸ ਲੈਣ ਦੀ ਜਾਚ ਆ ਰਹੇ ਤੇ ਭਗਤੀ ਦੇ ਰੰਗ ਵਿੱਚ ਅਸੀਂ ਰੰਗ ਕੇ ਜਾਈਏ। ਹੁਣ ਗੁਰੂ ਸਾਹਿਬ ਜੀ ਨੇ ਇਹ ਵਿਚਾਰ ਇਹਨਾਂ ਦੇ ਸਨਮੁਖ ਰੱਖੀ ਹੈ। ਅੱਗੋਂ ਇਹਨਾਂ ਦੇ ਕੀ ਅੱਗੋਂ ਵਿਚਾਰਾਂ ਹੋਣਗੀਆਂ ਅਗਲੇਰੇ ਇਤਿਹਾਸ ਵਿੱਚ ਸਰਵਣ ਕਰਾਂਗੇ। ਗੁਰੂ ਸਾਹਿਬ ਦੇ ਦਰ ਤੇ ਨਿਤ ਆਈਏ, ਬੁਰਾਈਆਂ ਤੋਂ ਬਚਣ ਵਾਸਤੇ, ਮਾੜੀ ਸੰਗਤ ਮਾੜੀ ਰਾਹਾਂ ਤੋਂ ਬਚਣ ਵਾਸਤੇ ਆ ਕੇ ਬੇਨਤੀਆਂ ਕਰਦੇ ਰਹੀਏ। ਆਪਣੀ ਭਗਤੀ ਲਾਏ, अपनी भक्ति लाए, अपनी भक्ति लाए, अपनी भक्ति लाए। फिरत फिरत प्रभ आया, फिरत फिरत प्रभ आया, फिरत फिरत प्रभ आया, फिरत फिरत प्रभ आया। परया तो शरणाए, परया तो शरणाए, परया तो शरणाए, परया तो शरणाए। नानक की प्रभ बेनती, नानक की प्रभ बेनती, नानक की प्रभ बेनती, नानक की प्रभ बेनती। अपनी भक्ति लाए, अपनी भक्ति लाए, अपनी भक्ति लाए, अपनी भक्ति लाए। ਇਹ ਅਰਦਾਸ ਕਰੀਏ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਭਨਾਂ ਦੇ ਹਿਰਦਿਆਂ ਵਿੱਚ ਭਗਤੀ ਦਾ ਜਾਗ ਲੱਗ ਜਾਏ। ਨਾਮ ਦਾ ਰਸ ਪੀਂਦੇ ਆ ਲੋਕ ਸੁਖੀਏ, ਪਰਲੋਕ ਸੁਖੀਏ, ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਬਾਣੀ ਬਾਣੀ ਦੀ ਧਾਰਨੀ ਬਣੀਏ, ਅੰਮ੍ਰਿਤ ਬਾਣੀ ਦਾ ਰਸ ਪ੍ਰਾਪਤ ਕਰੀਏ। ਅੱਜ ਦੀ ਵਿਚਾਰਾਂ ਕਰਦੇ ਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।